ਸ਼ਹੀਦੀਆਂ ਹੁੰਦੀਆਂ ਉਹ ਅਫਸੋਸ ਦਾ ਕਾਰਨ ਨਹੀਂ ਹੁੰਦੀਆਂ, ਸ਼ਹੀਦੀਆਂ ਤੇ ਚੜ੍ਹਦੀ ਕਲਾ ਦਾ ਕਾਰਨ ਬਣਦੀਆਂ। ਗੋਬਿੰਦ ਸਿੰਘ ਮਹਾਰਾਜ ਦੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਲੈ ਕੇ ਪਰਿਵਾਰ ਵਿਛੋੜਾ ਪੈਣ ਤੱਕ, ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਚਮਕੌਰ ਦੀ ਗੜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀ ਜਿਹੜੀ ਹੈ ਉਹ ਸਰਹੰਦ ਵਿੱਚ ਹੋ ਜਾਂਦੀ ਹੈ। ਇਹ ਜਿਹੜਾ ਸਾਰਾ ਇਤਿਹਾਸ ਹੈ, ਇਸ ਤੋਂ ਆਪ ਸਭ ਮੈਨੂੰ ਇਹ ਵੀ ਕਹਿਣ ਲੱਗਿਆ ਡਰ ਲੱਗਦਾ ਕਿ ਬਾਖੂਬੀ ਜਾਣੂ ਹੋ, ਕਿਉਂਕਿ ਸਾਡੇ ਬਹੁਤ ਸਾਰੇ ਸਿੱਖਾਂ ਨੂੰ ਪਤਾ ਹੀ ਨਹੀਂ ਕਿ ਸਾਡਾ ਇਤਿਹਾਸ ਹੈ ਕੀ। ਜਿਹੜੀ ਕੌਮ ਦੇ ਛੋਟੇ ਬੱਚੇ ਵੀ ਜਾ ਕੇ ਸੂਬੇ ਦੀ ਕਚਹਿਰੀ ਵਿੱਚ ਬੋਲ ਦਿੰਦੇ ਆ ਕਿ ਅਸੀਂ ਤੈਨੂੰ ਸਲਾਮ ਨਹੀਂ ਕਰਨੀ, ਅੱਜ ਉਸੇ ਕੌਮ ਦੇ ਆਪਣੇ ਆਪ ਨੂੰ ਅੱਗੇ ਮਾਰਗਦਰਸ਼ਕ ਦੱਸਣ ਵਾਲੇ ਜਿਹੜੇ ਸਾਡੇ ਪੋਲੀਟੀਕਲ ਲੀਡਰ ਬਣ ਗਏ, ਉਹ ਅੱਜ ਜਾ ਕੇ ਤੇ ਪਤਾ ਨਹੀਂ ਕਿੰਨਾ ਦੇ ਪੈਰਾਂ 'ਚ ਬੈਠੇ ਰਹਿੰਦੇ ਨੇ। ਸਿੱਖ ਕਦੇ ਵੀ ਇੱਕ ਸੱਚੇ ਸਾਹਿਬ ਤੋਂ ਬਿਨਾਂ ਕਿਸੇ ਹੋਰ ਨੂੰ ਸਲਾਮ ਨਹੀਂ ਕਰਦਾ, ਚਾਹੇ ਉਹ ਕਿੱਡਾ ਹੀ ਵੱਡਾ ਤਖਤ ਕਿਉਂ ਨਾ ਹੋਏ। ਜਿਹੜੀ ਇਹ ਗੱਲ ਆਉਂਦੀ ਹੈ ਨਾ ਕਿ ਜਿਹੜੇ ਸਿੰਘ ਨੇ ਉਹ ਤਖਤਾਂ ਤਾਜਾਂ ਨੂੰ ਠੋਕਰ ਤੇ ਰੱਖਦੇ ਨੇ, ਉਹ ਇਸੇ ਕਰਕੇ ਰੱਖ ਪਾਉਂਦੇ ਨੇ ਕਿਉਂਕਿ ਉਹਨਾਂ ਦਾ ਜਿਹੜਾ ਸਿਧਾਂਤ ਹੈ ਉਹ ਗੁਰੂ ਨਾਨਕ ਦਾ ਸਿਧਾਂਤ ਨੂੰ ਹੀ ਮੰਨ ਕੇ ਆਪਣਾ ਸਿਧਾਂਤ ਅੱਗੇ ਤੋਰਦੇ ਨੇ। ਮੁਗਲਾਂ ਦਾ ਤਖਤ ਜਦੋਂ ਗੁਰੂ ਨਾਨਕ ਦੇ ਤਖਤ ਕੋਲ ਆਉਂਦਾ ਹੈ, ਤੁਹਾਨੂੰ ਝੁੱਕ ਕੇ ਹੀ ਆਉਣਾ ਪੈਂਦਾ। ਉਹ ਇਸ ਤਰੀਕੇ ਨਾਲ ਨਹੀਂ ਆ ਸਕਦਾ ਕਿ ਮੈਂ ਤਾਂ ਬਾਦਸ਼ਾਹ ਆ ਤੇ ਤੁਸੀਂ ਮੇਰੀ ਸੇਵਾ ਕਰੋਗੇ। ਉਹਨੂੰ ਝੁੱਕ ਕੇ ਹੀ ਆਉਣਾ ਪਊਗਾ। ਗੁਰੂ ਘਰ ਦੇ ਵਿੱਚ, ਗੁਰੂ ਨਾਨਕ ਦੇ ਘਰ ਦੇ ਵਿੱਚ ਜਦੋਂ ਵੀ ਕੋਈ ਤਖਤ ਜਾਊਗਾ, ਉਹਨੂੰ ਝੁੱਕ ਕੇ ਜਾਣਾ ਪਊਗਾ। ਜੋ ਗੁਰੂ ਨਾਨਕ ਦਾ ਤਖਤ ਹੈ, ਉੱਥੇ ਬਾਰ-ਬਾਰ ਇਹੀ ਗੱਲ ਦੁਹਰਾਉਂਦੀ ਰਹੂਗੀ ਕਿ ਬਾਬਰ ਤੂੰ ਜਾਬਰ ਹੈ, ਬਾਬਰ ਤੂੰ ਜਾਬਰ ਹੈ। ਉਹ ਸਿਰਫ ਇੱਕ ਰੂਪ ਬਦਲ ਸਕਦੇ ਨੇ। ਗੁਰੂ ਨਾਨਕ ਪਾਤਸ਼ਾਹ ਜਦੋਂ ਦੀ ਜੋਤ ਗੁਰੂ ਅੰਗਦ ਦੇਵ ਮਹਾਰਾਜ ਜਾਊਗੀ, ਉਹ ਵੀ ਇਦਾਂ ਹੀ ਕਰਨਗੇ। ਗੁਰੂ ਅਮਰਦਾਸ ਪਾਤਸ਼ਾਹ ਜਾਊਗੀ, ਉਹ ਵੀ ਇਦਾਂ ਹੀ ਕਰਨਗੇ। ਗੁਰੂ ਰਾਮਦਾਸ ਪਾਤਸ਼ਾਹ ਉਹ ਵੀ ਇਦਾਂ ਹੀ। ਗੁਰੂ ਅਰਜਨ ਦੇਵ ਮਹਾਰਾਜ ਵੀ ਉਸੇ ਤਰੀਕੇ ਨਾਲ ਬਾਬਰ ਨੂੰ ਜਾਬਰ ਕਹਿਣਗੇ। ਬੇਸ਼ੱਕ ਬਾਬਰ ਦਾ ਹੁਣ ਰੂਪ ਬਦਲ ਕੇ ਜਹਾਂਗੀਰ ਹੋ ਗਿਆ, ਪਰ ਉਹ ਜਹਾਂਗੀਰ ਨੂੰ ਵੀ ਕਹਿਣਗੇ ਕਿ ਤੂੰ ਜਾਬਰ ਹੈ। ਸੋ ਜਦੋਂ ਤੁਹਾਡੇ ਨਾਲ ਤੁਹਾਡਾ ਇਤਿਹਾਸ ਚੱਲਦਾ ਹੈ, ਜਦੋਂ ਤੁਹਾਨੂੰ ਤੁਹਾਡੇ ਇਤਿਹਾਸ ਦੀ ਸਮਝ ਹੁੰਦੀ ਹੈ ਔਰ ਬਕਾਇਦਾ ਗੁਰੂ ਚਰਨਾਂ ਦੇ ਵਿੱਚ ਬੈਠ ਕੇ ਸਮਝ ਆਉਂਦੀ ਹੈ, ਆਪਣੇ ਆਪ ਮੇਰੇ ਵਰਗਾ ਬੋਲ ਕੇ ਚੱਲ ਜੂਗਾ, ਕਿਤੇ ਹੋਰੋਂ ਕੁਝ ਹੋਰ ਸੁਣ ਲਓਗੇ, ਉਹਦੇ ਨਾਲ ਕੁਝ ਨਹੀਂ ਹੋਣਾ। ਜਦੋਂ ਤੁਸੀਂ ਸੱਚ ਦਾ ਜਿਹੜਾ ਰਾਜ ਹੈ ਉਹਨੂੰ ਖੜਾ ਕਰਨ ਦੀ ਕੋਸ਼ਿਸ਼ ਕਰੋਗੇ ਤੇ ਅੱਗੇ ਜ਼ਬਰ ਜਿਹੜਾ ਹੈ ਉਹ ਤੁਹਾਡੇ ਨਾਲ ਲੜਨ ਨੂੰ ਤਿਆਰ ਬੈਠਾ ਹੋਊਗਾ ਔਰ ਉਹਦੇ ਵਾਸਤੇ ਤੁਹਾਨੂੰ ਮੁੱਲ ਕੋਈ ਵੀ ਤਾਰਨਾ ਪੈ ਸਕਦਾ। ਹੋ ਸਕਦਾ ਤੁਹਾਨੂੰ ਠੰਡੇ ਬੁਰਜ ਵਿੱਚ ਕੈਦ ਕੀਤਾ ਜਾਵੇ ਜਾਂ ਹੋ ਸਕਦਾ ਤੁਹਾਨੂੰ ਤੱਤੀ ਤਵੀ ਤੇ ਬਿਠਾ ਦਿੱਤਾ ਜਾਵੇ। ਸੋ ਇਹ ਨਾ ਸੋਚਿਓ ਕਿ ਸਿਰਫ ਤੱਤੀਆਂ ਤਵੀਆਂ ਹੀ ਹੋ ਸਕਦੀਆਂ, ਹੋ ਸਕਦਾ ਤੁਹਾਡੇ ਲਈ ਠੰਡੇ ਬੁਰਜ ਹੋਣ। ਤੇ ਇਹ ਵੀ ਨਾ ਸੋਚੋ ਕਿ ਸਿਰਫ ਠੰਡੇ ਬੁਰਜ ਹੀ ਹੋਣਗੇ, ਹੋ ਸਕਦਾ ਤੱਤੀਆਂ ਤਵੀਆਂ ਵੀ ਹੋਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਦਾਰੇ ਖਾਲਸਾ ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਮੈਂ ਕਿਰਨਪ੍ਰੀਤ ਕੌਰ ਆਪ ਸਭ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ। ਉਂਝ ਤਾਂ ਆਪ ਸਾਰੇ ਜਾਣਦੇ ਹੋ ਕਿ ਜਦੋਂ ਅਸੀਂ ਪਿਛਲੇ ਐਪੀਸੋਡ ਕਰ ਰਹੇ ਹਾਂ ਤਾਂ ਅਸੀਂ ਗੁਰੂ ਅਮਰਦਾਸ ਪਾਤਸ਼ਾਹ ਦੀ ਜਿਹੜੀ ਲਾਈਫ ਦੇ ਵਿੱਚ, ਉਹਨਾਂ ਦੇ ਜੋ ਜੀਵਨ ਕਾਲ ਦੇ ਵਿੱਚ ਜੋ ਸਿਧਾਂਤ ਉਹਨਾਂ ਨੇ ਸਾਨੂੰ ਦ੍ਰਿੜ ਕਰਾਏ, ਆਪਾਂ ਉਹਦੀ ਗੱਲ ਕਰ ਰਹੇ ਸੀਗੇ। ਪਰ ਜਿਹੜਾ ਕਿਉਂਕਿ ਇਹ ਸ਼ਹੀਦੀ ਹਫ਼ਤਾ ਚੱਲ ਰਿਹਾ, ਸ਼ਹੀਦੀ ਦਿਨ ਚੱਲ ਰਹੇ ਨੇ, ਤੇ ਮੈਨੂੰ ਲੱਗਦਾ ਆ ਕਿ ਬਹੁਤ ਇੰਪੋਰਟੈਂਟ ਹੋ ਜਾਂਦਾ ਕਿ ਇਹਨਾਂ ਦਿਨਾਂ ਦੀ ਮਹੱਤਵਤਾ ਸਾਨੂੰ ਸਮਝਣ ਦੇ ਲਈ ਕੁਝ ਨੁਕਤੇ ਡਿਸਕਸ ਕਰ ਲੈਣੇ ਚਾਹੀਦੇ ਆ। ਸੋ ਜਿਹੜਾ ਇਹ ਵਾਲਾ ਅੱਜ ਦਾ ਐਪੀਸੋਡ ਹੈ, ਇਹ ਮੈਂ ਉਹਨਾਂ ਸ਼ਹੀਦਾਂ ਦੇ ਚਰਨਾਂ ਦੇ ਵਿੱਚ ਸਮਰਪਿਤ ਕਰਨਾ ਚਾਹੁੰਦੀ ਹਾਂ। ਇਹ ਮੈਂ ਉਹਨਾਂ ਨੂੰ ਡੈਡੀਕੇਟ ਕਰਨਾ ਚਾਹੁੰਦੀ ਹਾਂ ਤੇ ਮੈਂ ਚਾਹੁੰਦੀ ਹਾਂ ਕਿ ਅਸੀਂ ਉਹਨਾਂ ਦੀ ਜਿਹੜੀਆਂ ਅਦੁੱਤੀਆਂ ਕੁਰਬਾਨੀਆਂ ਨੇ, ਜੋ ਲਾਸਾਨੀ ਸ਼ਹਾਦਤਾਂ ਨੇ, ਜਿਨ੍ਹਾਂ ਦਾ ਕੋਈ ਸਾਨੀ ਨਹੀਂ, ਜੋ ਪੂਰੇ ਦੁਨੀਆ ਦੇ ਵਿੱਚ ਅਜਿਹੀਆਂ ਮਿਸਾਲਾਂ ਕਿਤੇ ਨਹੀਂ ਮਿਲਦੀਆਂ, ਉਹੋ ਜਿਹੀਆਂ ਸ਼ਹਾਦਤਾਂ ਨੂੰ ਅਗਰ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ, ਅਗਰ ਆਪਾਂ ਦੇਖਣ ਦੀ ਕੋਸ਼ਿਸ਼ ਕਰੀਏ, ਤੇ ਮੈਨੂੰ ਲੱਗਦਾ ਕਿ ਸਾਡੇ ਦਿਲ ਦੇ ਵਿੱਚੋਂ ਆਪਣੇ ਆਪ ਹੀ ਉਹ ਜਿਹੜਾ ਇੱਕ ਵਿਰਾਗ ਹੈ ਉਹ ਉਤਪੰਨ ਹੁੰਦਾ ਆ। ਵਿਰਾਗ ਇਸ ਕਰਕੇ ਨਹੀਂ ਕਿਉਂਕਿ ਮੈਂ ਅੱਜ ਹੀ ਕਿਤੇ ਪੜ੍ਹ ਰਹੀ ਸੀਗੀ, ਉਹਨਾਂ ਲਿਖਿਆ ਸੀਗਾ ਕਿ ਜੋ ਸ਼ਹੀਦੀਆਂ ਹੁੰਦੀਆਂ ਉਹ ਅਫਸੋਸ ਦਾ ਕਾਰਨ ਨਹੀਂ ਹੁੰਦੀਆਂ, ਸ਼ਹੀਦੀਆਂ ਤੇ ਚੜ੍ਹਦੀ ਕਲਾ ਦਾ ਕਾਰਨ ਬਣਦੀਆਂ। ਅਤੇ ਸਾਡੀ ਕੌਮ ਦੀ ਜਿਹੜੀ ਇੱਕ ਚੜ੍ਹਦੀ ਕਲਾ ਹੈ, ਜੋ ਨਿਰੰਤਰ ਚੜ੍ਹਦੀ ਕਲਾ ਦੇ ਵਿੱਚ, ਉਹ ਚਾਹੇ ਸਾਡੇ 'ਚ ਬੜੇ ਢਲਾਨ ਵੀ ਆਈ ਹੈ, ਚਾਹੇ ਅਸੀਂ ਆਪਣੇ ਕਿਰਦਾਰ ਤੋਂ ਬਹੁਤ ਵੱਡੇ ਜਿਹੜਾ ਇੱਕ ਤਬਕਾ ਹੈ ਸਿੱਖਾਂ ਦਾ, ਉਹ ਆਪਣੇ ਆਪ 'ਚ ਥਿੜਕ ਵੀ ਗਿਆ ਆਪਣੇ ਕਿਰਦਾਰ ਤੋਂ, ਪਰ ਫਿਰ ਵੀ ਜੋ ਇੱਕ ਚੜ੍ਹਦੀ ਕਲਾ ਸਾਡੀ ਜ਼ਿੰਦਗੀ ਦੇ ਵਿੱਚ ਨਾਲ ਚੱਲ ਰਹੀ ਹੈ, ਉਹਦਾ ਜਿਹੜਾ ਮੁੱਖ ਕਾਰਨ ਹੈ ਉਹ ਇਹਨਾਂ ਸ਼ਹੀਦੀਆਂ ਦੇ ਵਿੱਚੋਂ ਹੀ ਨਿਕਲ ਕੇ ਆਉਂਦਾ। ਸੋ ਸਾਨੂੰ ਬਹੁਤ ਜ਼ਰੂਰੀ ਹੈ ਇਹਨਾਂ ਸ਼ਹੀਦੀ ਦਿਨਾਂ ਦੇ ਵਿੱਚ ਆਪਣੇ ਸ਼ਹੀਦਾਂ ਨੂੰ ਯਾਦ ਕਰਨਾ। ਜਦੋਂ ਆਪਾਂ ਸ਼ਹੀਦਾਂ ਦੀ ਗੱਲ ਕਰਦੇ ਹਾਂ ਨਾ, ਤਾਂ ਸ਼ਹੀਦਾਂ ਦੀ ਗੱਲ ਕੇਵਲ ਸਾਹਿਬਜ਼ਾਦਿਆਂ ਤੱਕ ਨਹੀਂ ਆਪਾਂ ਕਰ ਸਕਦੇ, ਕਿਉਂਕਿ ਸਾਹਿਬਜ਼ਾਦਿਆਂ ਦੇ ਨਾਲ ਜਿਹੜੇ ਬਾਕੀ ਸਿੰਘ ਸ਼ਹੀਦ ਹੋਏ ਆ ਉਹ ਵੀ ਗੁਰੂ ਦੇ ਲਾਲ ਨੇ।
ਕਿਉਂਕਿ ਜੇ ਗੁਰੂ ਮਹਾਰਾਜ ਨੇ ਉਹਨਾਂ 'ਚ ਫ਼ਰਕ ਕਰਨਾ ਹੁੰਦਾ ਤਾਂ ਉਹ ਇਹ ਨਾ ਕਹਿੰਦੇ ਕਿ ਮੈਂ ਆਪਣੇ ਵੱਡੇ ਬੱਚਿਆਂ ਦੇ ਉੱਤੇ ਜਿਹੜਾ ਹੈ ਉਹ ਕੱਪੜਾ ਵੀ ਨਹੀਂ ਪਾਊਂਗਾ, ਸੰਸਕਾਰ ਨਹੀਂ ਕਰੂੰਗਾ, ਕਿਉਂਕਿ ਫਿਰ ਮੈਂ ਬਾਕੀਆਂ ਦਾ ਵੀ ਕਰਾਂ। ਜੇ ਮੈਂ ਉਹਨਾਂ ਦਾ ਕਰਦਾ ਫਿਰ ਮੈਨੂੰ ਬਾਕੀਆਂ ਦਾ ਵੀ ਕਰਨਾ, ਕਿਉਂਕਿ ਮੈਂ ਇਹ ਨਹੀਂ ਮੰਨ ਸਕਦਾ ਕਿ ਗੁਰੂ ਗੋਬਿੰਦ ਨੇ ਸਿੰਘ ਹੋਰ ਅਤੇ ਪੁੱਤ ਹੋਰ ਜਾਣੇ, ਇਹ ਨਹੀਂ ਮੈਥੋਂ ਬਰਦਾਸ਼ਤ ਹੋਣਾ। ਸੋ ਐਸੇ ਗੁਰੂ ਦੇ ਜਿਹੜੇ ਬੱਚੇ ਨੇ ਉਹ ਸਾਰੇ ਹੀ ਗੁਰੂ ਮਹਾਰਾਜ ਦੇ ਲਾਲ ਨੇ, ਜੋ ਇਹਨਾਂ ਦਿਨਾਂ ਦੇ ਵਿੱਚ ਸ਼ਹੀਦੀ ਪਾ ਜਾਂਦੇ ਨੇ। ਧਿਆਨ ਨਾਲ ਦੇਖੀਏ ਤਾਂ ਇਹ ਜਿਹੜਾ ਇੱਕ ਹਫ਼ਤਾ ਪੂਰਾ ਹੈ, ਇਸ ਹਫ਼ਤੇ ਦੇ ਵਿੱਚ ਇੱਕ ਵੀ ਦਿਨ ਐਸਾ ਨਹੀਂ ਜਾਂਦਾ ਜਦੋਂ ਕੋਈ ਸ਼ਹਾਦਤ ਨਹੀਂ ਹੁੰਦੀ। ਤਾਂ ਉਹਨਾਂ ਸ਼ਹੀਦੀਆਂ ਦੇ ਵਿੱਚੋਂ, ਉਹਨਾਂ ਦਿਨਾਂ ਦੇ ਵਿੱਚੋਂ ਆਪਾਂ ਕੀ ਦੇਖਣਾ, ਇਹ ਅੱਜ ਆਪਾਂ ਡਿਸਕਸ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਲੈ ਕੇ ਪਰਿਵਾਰ ਵਿਛੋੜਾ ਪੈਣ ਤੱਕ, ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਚਮਕੌਰ ਦੀ ਗੜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀ ਜਿਹੜੀ ਹੈ ਉਹ ਸਰਹੰਦ ਵਿੱਚ ਹੋ ਜਾਂਦੀ ਹੈ। ਇਹ ਜਿਹੜਾ ਸਾਰਾ ਇਤਿਹਾਸ ਹੈ, ਇਸ ਤੋਂ ਆਪ ਸਭ ਮੈਨੂੰ ਇਹ ਵੀ ਕਹਿਣ ਲੱਗਿਆ ਡਰ ਲੱਗਦਾ ਕਿ ਬਾਖੂਬੀ ਜਾਣੂ ਹੋ, ਕਿਉਂਕਿ ਸਾਡੇ ਬਹੁਤ ਸਾਰੇ ਸਿੱਖਾਂ ਨੂੰ ਪਤਾ ਹੀ ਨਹੀਂ ਕਿ ਸਾਡਾ ਇਤਿਹਾਸ ਹੈ ਕੀ। ਪਰ ਫਿਰ ਵੀ ਮੈਂ ਇਹ ਮੰਨ ਕੇ ਚੱਲਦੀ ਹਾਂ ਕਿ ਤੁਹਾਡੇ ਆਪ 'ਚੋਂ ਬਹੁਤ ਸਾਰੀ ਸੰਗਤ ਨੂੰ ਇਹ ਪਤਾ ਹੋਊਗਾ ਕਿ ਸਾਡਾ ਇਤਿਹਾਸ ਹੈ ਕੀ, ਕਿਉਂ ਪਰਿਵਾਰ ਵਿਛੋੜਾ ਪਿਆ ਸੀ, ਕਿਉਂ ਅਨੰਦਪੁਰ ਦਾ ਕਿਲ੍ਹਾ ਜਿਹੜਾ ਹੈ ਸਾਨੂੰ ਛੱਡਣਾ ਪਿਆ, ਅਤੇ ਕੀ ਉਹ ਕਾਰਨ ਰਹੇ। ਫਿਰ ਜਦੋਂ ਪਰਿਵਾਰ ਵਿਛੋੜਾ ਪੈਂਦਾ ਹੈ ਅਤੇ ਸਭ ਤੋਂ ਪਹਿਲਾਂ ਜਿਹੜੇ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਨੇ ਉਹ ਕਿੱਥੇ ਜਾ ਕੇ ਕੁੰਮੇ ਮਾਸ਼ਕੀ ਦੀ ਜਿਹੜੀ ਉਹ ਜਗ੍ਹਾ ਹੈ ਉੱਥੇ ਜਾ ਕੇ ਰਹਿੰਦੇ ਨੇ, ਅਤੇ ਫਿਰ ਕਿੱਦਾਂ ਗੰਗੂ ਬਾਹਮਣ ਦੇ ਉਹ ਆ ਜਾਂਦੇ ਨੇ ਛਲ ਦੇ ਵਿੱਚ, ਅਤੇ ਫਿਰ ਉਹ ਮੋਰਿੰਡੇ ਦੀ ਕੋਤਵਾਲੀ ਦੇ ਵਿੱਚ ਰਹਿਣਾ, ਅਤੇ ਉਸ ਤੋਂ ਬਾਅਦ ਫਿਰ ਉਹਨਾਂ ਦੀ ਸਰਹੰਦ ਚਲੇ ਜਾਣਾ, ਫਿਰ ਉਹ ਕਚਹਿਰੀ ਲੱਗਣੀ। ਇਹ ਸਭ ਇਹ ਇਤਿਹਾਸ ਹੈ ਔਰ ਤੁਹਾਨੂੰ ਸਾਰਿਆਂ ਨੂੰ ਇਸ ਬਾਰੇ ਪਤਾ ਹੋਊਗਾ। ਸਮੇਂ ਦੀ ਘਾਟ, ਕਿਉਂਕਿ ਹਮੇਸ਼ਾ ਹੀ ਇਹ ਪ੍ਰੋਗਰਾਮ 30 ਕੁ ਮਿੰਟਾਂ ਦਾ ਹੁੰਦਾ, ਅਤੇ ਇਹਦੇ ਵਿੱਚ ਪੂਰਾ ਦਾ ਪੂਰਾ ਇਤਿਹਾਸ ਦੁਹਰਾ ਦੇਣਾ ਤਾਂ ਮੈਨੂੰ ਲੱਗਦਾ ਨਹੀਂ ਕਿ ਪੋਸੀਬਲ ਹੈਗਾ। ਬਟ ਫਿਰ ਵੀ ਜੋ ਇਸ ਐਪੀਸੋਡ ਦੇ ਵਿੱਚ ਆਪਾਂ ਗੱਲ ਕਰਨੀ ਹੈ ਉਹ ਇਹ ਦੇਖਣੀ ਹੈ ਕਿ ਇਹਦੇ ਵਿੱਚੋਂ ਸਾਨੂੰ ਨੁਕਤੇ ਕੀ ਮਿਲਦੇ ਨੇ, ਸਾਡੇ ਸਮਝਣ ਲਾਇਕ ਗੱਲਾਂ ਕੀ ਨੇ, ਕਿਉਂਕਿ ਇਤਿਹਾਸ ਮੈਂ ਨਾ ਦੱਸੂਗੀ ਤਾਂ ਕਿਸੇ ਹੋਰ ਨੇ ਦੱਸ ਦੇਣਾ। ਅੱਜ ਸਫਰ ਸ਼ਹਾਦਤ ਵਾਲੇ ਬਹੁਤ ਬਾਖੂਬੀ ਇਹ ਕੰਮ ਨਿਭਾ ਰਹੇ ਨੇ, ਬਹੁਤ ਖੂਬ ਉਹ ਕੰਮ ਕਰ ਰਹੇ ਨੇ ਕਿ ਉਹਨਾਂ ਨੇ ਇਕੱਲਾ ਇਕੱਲਾ ਇਤਿਹਾਸ ਦੀ ਜਿਹੜੀ ਕੜੀ ਹੈ ਉਹ ਸਾਨੂੰ ਦੱਸ ਰਹੇ ਨੇ। ਸੋ ਜਿਨ੍ਹਾਂ ਨੂੰ ਨਹੀਂ ਪਤਾ ਉਹ ਉੱਥੋਂ ਹੀ ਸੁਣ ਸਕਦੇ ਆ। ਬਟ ਜੋ ਆਪਾਂ ਗੱਲ ਕਰਨੀ ਆ ਉਹ ਇਹ ਗੱਲ ਕਰਨੀ ਹੈ ਕਿ ਸਾਨੂੰ ਨੁਕਤੇ ਕੀ ਨੇ, ਗੁਰੂ ਮਹਾਰਾਜ ਨੇ ਏਡੇ ਲਾਸਾਨੀ ਜਿਹੜੀ ਸ਼ਹਾਦਤਾਂ ਦੇ ਇਤਿਹਾਸ ਦੇ ਵਿੱਚੋਂ ਸਾਨੂੰ ਸੇਧ ਕੀ ਦਿੱਤੀ ਹੈ, ਸਾਡੇ ਲਈ ਸਿਧਾਂਤ ਕੀ ਉਕਰੇ ਨੇ, ਉਹ ਆਪਾਂ ਇਸ ਐਪੀਸੋਡ ਦੇ ਵਿੱਚ ਜਿਹੜੀ ਆ ਉਹ ਡਿਸਕਸ਼ਨ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਹੁਣ ਜਿਹੜਾ ਪਹਿਲਾ ਸਵਾਲ ਹੈ, ਜਦੋਂ ਆਪਾਂ ਡਿਸਕਸ਼ਨ ਕਰਨ ਦੀ ਗੱਲ ਕਰਾਂਗੇ ਤਾਂ ਪਹਿਲਾ ਸਵਾਲ ਜਿਹੜਾ ਆਉਂਦਾ ਹੈ, ਔਰ ਜਿਹੜਾ ਛੋਟੇ ਬੱਚਿਆਂ ਨਾਲ ਅਸੀਂ ਇੱਕ ਸ਼ੋਅ ਸ਼ੁਰੂ ਕੀਤਾ ਦ ਕਿਡਸ ਸ਼ੋਅ, ਉਹਦੇ ਵਿੱਚ ਵੀ ਇਸੇ ਕੁਐਸਚਨ ਨੂੰ ਲੈ ਕੇ ਮੈਂ ਸਮਾਂ ਲਗਾਇਆ ਸੀ, ਬੱਚਿਆਂ ਦੇ ਨਾਲ ਡਿਸਕਸ਼ਨ ਕੀਤੀ ਸੀ, ਔਰ ਮੈਨੂੰ ਲੱਗਾ ਕਿ ਬੱਚਿਆਂ ਦੇ ਨਾਲ ਨਾਲ ਵੱਡਿਆਂ ਦੇ ਨਾਲ ਵੀ ਇਹ ਡਿਸਕਸ਼ਨ ਹੋਣੀ ਜ਼ਰੂਰੀ ਹੈ। ਗਾਣਿਆਂ ਵਿੱਚ ਵੀ ਆ ਗਿਆ ਕਿ ਜਿਗਰਾ ਉਹ ਕਿੱਥੋਂ ਮਿਲਿਆ ਸੀ ਛੋਟੇ ਫਰਜ਼ੰਦਾਂ ਨੂੰ, ਜੈਕਾਰੇ ਲਾਉਂਦੇ ਜੀ ਆਖਣ ਉਸਰਨਦੇ ਉਹ ਕੰਧਾਂ ਨੂੰ। ਇਹ ਉਹ ਗਾਣਿਆਂ ਵਿੱਚ ਵੀ ਸਤਿੰਦਰ ਸਰਤਾਜ ਵਰਗਿਆਂ ਦੀ ਬੜੀਆਂ ਖੂਬਸੂਰਤ ਜਿਹੜੀਆਂ ਕਲਮਾਂ ਨੇ ਉਹਨਾਂ ਨੇ ਲਿਖੀ ਹੈ। ਹੁਣ ਇਸੇ ਹੀ ਗੱਲ ਨੂੰ ਆਪਾਂ ਫੜੀਏ ਅਤੇ ਇਸੇ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਉਹਨਾਂ ਦੇ ਉਹ ਛੋਟੇ ਫਰਜ਼ੰਦ ਹੈ ਨਾ, ਉਮਰ 6 ਅਤੇ 9 ਸਾਲ। ਆਪ ਸਭ ਦੇ ਘਰਾਂ ਦੇ ਵਿੱਚ 6, 9 ਸਾਲ, 10 ਸਾਲ ਦੇ ਬੱਚੇ ਹੋਣਗੇ, ਜਾਂ ਤੁਸੀਂ ਆਪਣੇ ਬੱਚੇ ਜਦੋਂ ਵੱਡੇ ਕੀਤੇ ਆ, ਪਾਲੇ ਹੈ, ਤੁਹਾਨੂੰ ਵੀ ਪਤਾ ਕਿ 6 ਸਾਲ ਦਾ ਬੱਚਾ, 9 ਸਾਲ ਦਾ ਬੱਚਾ ਕੀ ਸੋਚ ਸਕਦਾ ਔਰ ਕਿੰਨੀ ਕੁ ਸੋਚ ਰੱਖ ਸਕਦਾ। ਪਰ ਉਹ ਛੋਟੇ ਫਰਜ਼ੰਦ 6 ਅਤੇ 9 ਸਾਲ ਦੀ ਉਮਰ ਹੈ ਉਹਨਾਂ ਦੀ, ਔਰ ਉਨੀ ਉਮਰ ਦੇ ਵਿੱਚ ਹੀ ਉਹ ਇੰਨਾ ਜਜ਼ਬਾ ਕਿੱਥੋਂ ਆਇਆ, ਉਹਨਾਂ ਵਿੱਚ ਇਹ ਸਾਰੀ ਜਿਹੜੀ ਬੁੱਧ ਹੈ ਉਹ ਕਿੱਥੋਂ ਆਈ, ਉਹ ਇੰਨੇ ਸਿਰੜ ਦੇ, ਇੰਨੇ ਜਿਹੜੇ ਆਪਣੇ ਧਰਮ ਦੇ ਉਹ ਪੱਕੇ ਕਿੱਦਾਂ ਸੀ। ਸਾਨੂੰ ਇਹ ਸਮਝਣ ਦੀ ਕੋਸ਼ਿਸ਼ ਕਰਨੀ ਪਊਗੀ, ਕਿਉਂਕਿ ਜਦੋਂ ਆਪਾਂ ਇਹਨੂੰ ਸਮਝਾਂਗੇ ਫਿਰ ਸਾਨੂੰ ਆਪਣੀਆਂ ਕਮੀਆਂ ਨਜ਼ਰ ਆਉਣਗੀਆਂ, ਫਿਰ ਸਾਨੂੰ ਇਹ ਸਮਝ ਲੱਗਣਾ ਸ਼ੁਰੂ ਹੋਊਗਾ ਕਿ ਅਸੀਂ ਉਸ ਤਰ੍ਹਾਂ ਦੇ ਕਿੱਦਾਂ ਨਹੀਂ ਹੋ ਸਕੇ, ਕਿਉਂ ਨਹੀਂ ਹੋ ਸਕੇ, ਇਹ ਕਿੱਦਾਂ ਹੋ ਗਿਆ ਕਿ ਜਿਹੜੀ ਕੌਮ ਦੇ ਛੋਟੇ ਬੱਚੇ ਵੀ ਜਾ ਕੇ ਸੂਬੇ ਦੀ ਕਚਹਿਰੀ ਵਿੱਚ ਬੋਲ ਦਿੰਦੇ ਆ ਕਿ ਅਸੀਂ ਤੈਨੂੰ ਸਲਾਮ ਨਹੀਂ ਕਰਨੀ, ਅੱਜ ਉਸੇ ਕੌਮ ਦੇ ਆਪਣੇ ਆਪ ਨੂੰ ਅੱਗੇ ਮਾਰਗਦਰਸ਼ਕ ਦੱਸਣ ਵਾਲੇ ਜਿਹੜੇ ਸਾਡੇ ਪੋਲੀਟੀਕਲ ਲੀਡਰ ਬਣ ਗਏ, ਉਹ ਅੱਜ ਜਾ ਕੇ ਤੇ ਪਤਾ ਨਹੀਂ ਕਿਹਨਾਂ ਦੇ ਪੈਰਾਂ 'ਚ ਬੈਠੇ ਰਹਿੰਦੇ ਨੇ। ਅੱਜ ਉਸੇ ਕੌਮ ਦੇ ਲੋਕ ਜਿਹੜੇ ਨੇ ਉਹ ਜਿਹੜੇ ਉਹਨਾਂ ਨੂੰ ਕਹਿੰਦੇ ਨੇ ਕਿ ਅਸੀਂ ਤੁਹਾਡੇ ਲੀਡਰ ਹਾਂ, ਪੰਥਕ ਲੀਡਰ ਵੀ ਨੇ ਉਹਨਾਂ ਵਿੱਚੋਂ, ਉਹ ਪਤਾ ਨਹੀਂ ਕਿਹੜੇ ਦੇਹਧਾਰੀਆਂ ਦੇ ਚੱਕਰਾਂ 'ਚ ਤੁਰੇ ਫਿਰਦੇ ਨੇ। ਇਹ ਕਿੱਦਾਂ ਹੋ ਗਿਆ, ਸਾਡਾ ਕਿਰਦਾਰ ਇਸ ਢਲਾਨ ਵੱਲ ਕਿੱਦਾਂ ਚਲਾ ਗਿਆ। ਸਾਨੂੰ ਇਹ ਸਮਝਣ ਦੇ ਲਈ
ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਛੋਟੇ ਸਾਹਿਬਜ਼ਾਦਿਆਂ ਦੇ ਵਿੱਚ ਐਸਾ ਜਜ਼ਬਾ ਆਇਆ ਕਿੱਥੋਂ ਸੀ, ਉਹਨਾਂ ਦੀ ਬਣਤਰ ਕਿਵੇਂ ਦੀ ਸੀ, ਕੀ ਉਹਨਾਂ ਦੇ ਕੋਲ ਐਸਾ ਸੀ ਜੋ ਸਾਡੇ ਕੋਲ ਹੁਣ ਹੈ ਨਹੀਂ ਆ, ਅਸੀਂ ਮਿਸ ਕਰਦੇ ਹਾਂ। ਜੇ ਆਪਾਂ ਇਸ ਨੂੰ ਸਿਰਫ ਇਹ ਕਹੀਏ ਕਿ ਕਿਉਂਕਿ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਪੁੱਤਰ ਸੀ ਇਸ ਕਰਕੇ ਉਹ ਇੱਦਾਂ ਦੇ ਸੀ, ਤਾਂ ਵੱਡਾ ਮੂੰਹ ਛੋਟਾ ਮੂੰਹ ਵੱਡੀ ਗੱਲ। ਆਪਾਂ ਸਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਚੇ ਹੀ ਹਾਂ, ਕਿਉਂਕਿ ਉਹਨਾਂ ਨੇ ਸਾਡੇ ਵੱਲ ਹੀ ਹੱਥ ਕਰਕੇ ਕਿਹਾ ਸੀ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਆਪਾਂ ਆਪਣੇ ਆਪ ਨੂੰ ਦੇਖੀਏ ਕਿ ਕਿਆ ਆਪਾਂ ਉਹਨਾਂ ਹਜ਼ਾਰਾਂ ਦੀ ਗਿਣਤੀ 'ਚ ਆਉਂਦੇ ਹਾਂ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਨ੍ਹਾਂ ਵੱਲ ਵੇਖ ਕੇ ਕਹਿ ਦਿੱਤਾ ਸੀਗਾ ਕਿ ਇਹ ਜਿਹੜੇ ਗਏ ਇਹਨਾਂ ਦਾ ਮੈਨੂੰ ਕੋਈ ਅਫਸੋਸ ਨਹੀਂ, ਮੇਰੇ ਤੇ ਬੜੇ ਬੱਚੇ ਜੀਂਦੇ ਆ। ਕਿਆ ਆਪਾਂ ਉਹਨਾਂ ਹਜ਼ਾਰਾਂ ਦੀ ਗਿਣਤੀ 'ਚ ਆਉਂਦੇ ਹਾਂ, ਜਾਂ ਅਸੀਂ ਉਹਨਾਂ ਦੀ ਗਿਣਤੀ 'ਚ ਆਉਂਦੇ ਹਾਂ ਜਿਹੜੇ ਉਹ ਸਰਹੱਦ ਦੀਆਂ ਜਿਹੜੀਆਂ ਦੀਵਾਰਾਂ ਉਹ ਚਿਣ ਰਹੇ ਸੀ। ਆਪਾਂ ਆਪਣੇ ਆਪ ਨੂੰ ਥੋੜ੍ਹਾ ਜਿਹਾ ਦੇਖੀਏ। ਖੈਰ, ਗੱਲ ਵਾਪਸ ਮੈਂ ਲੈ ਕੇ ਆਉਂਦੀ ਹਾਂ ਕਿ ਛੋਟੇ ਸਾਹਿਬਜ਼ਾਦਿਆਂ ਦੇ ਜਦੋਂ ਆਪਾਂ ਇਤਿਹਾਸ ਦੇਖਦੇ ਹਾਂ ਤਾਂ ਸਾਨੂੰ ਕੀ ਸਮਝਣਾ ਹੈ ਕਿ ਉਹਨਾਂ ਦੇ ਜਿਹੜਾ ਉਹ ਜਿਗਰਾ ਹੈ, ਜੋ ਉਹਨਾਂ ਦੇ ਵਿੱਚ ਉਹ ਜਜ਼ਬਾ ਹੈ, ਉਹ ਆਇਆ ਕਿੱਦਾਂ। ਤਾਂ ਪਹਿਲੀ ਗੱਲ ਸਾਨੂੰ ਸਮਝਣੀ ਪਊਗੀ ਕਿ ਉਹਨਾਂ ਦੇ ਪਿੱਠ ਦੇ ਉੱਤੇ ਪੂਰਾ ਇਤਿਹਾਸ ਖੜ੍ਹਾ ਸੀ। ਹੁਣ ਇਤਿਹਾਸ ਖੜ੍ਹੇ ਹੋਣ ਦਾ ਮਤਲਬ ਇਹ ਹੈ ਕਿ ਗੁਰੂ ਨਾਨਕ ਪਾਤਸ਼ਾਹ ਵੱਲੋਂ ਚਲਾਈਆਂ ਗਈਆਂ ਜੋ ਇੱਕ ਉਹਨਾਂ ਨੇ ਸਾਡੇ ਵਾਸਤੇ ਇੱਕ ਰੀਤ, ਇੱਕ ਸਿਧਾਂਤ ਉਕਰੇ ਸੀ, ਬਕਾਇਦਾ ਉਹੀ ਸਿਧਾਂਤ ਜਿਹੜੇ ਨੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਸਾਹਿਬ ਦੇ ਕਿਲ੍ਹੇ ਵਿੱਚ ਵੀ ਜਾਰੀ ਰੱਖ ਰਹੇ ਨੇ। ਬਕਾਇਦਾ ਸਵੇਰੇ ਜਦੋਂ ਗੁਰਬਾਣੀ ਦਾ ਪਾਠ ਹੁੰਦਾ, ਕੀਰਤਨ ਹੁੰਦਾ, ਕਥਾ ਕੀਰਤਨ ਹੁੰਦਾ, ਉਸ ਤੋਂ ਬਾਅਦ ਆਪਣੀ ਸ਼ਸਤਰ ਵਿੱਦਿਆ ਦੇ ਵੱਲ ਚਲ ਜਾਂਦੇ ਨੇ, ਸਿੱਖ ਇਤਿਹਾਸ ਸੁਣਾਇਆ ਜਾਂਦਾ, ਸ਼ਾਮ ਨੂੰ ਫੇਰ ਦੀਵਾਨ ਲੱਗਦੇ ਨੇ। ਤਾਂ ਉਹ ਜਿਹੜੇ ਛੋਟੇ ਸਾਹਿਬਜ਼ਾਦੇ ਨੇ ਉਹ ਬਕਾਇਦਾ ਉਹਨਾਂ ਦੀਵਾਨਾਂ ਦੇ ਵਿੱਚ ਪ੍ਰੈਜ਼ੈਂਟ ਰਹਿੰਦੇ ਨੇ। ਹੁਣ ਪ੍ਰੈਜ਼ੈਂਟ ਰਹਿਣ ਤੋਂ ਮਤਲਬ ਇਹ ਨਹੀਂ ਹੈ ਕਿ ਉਹ ਸਿਰਫ ਆਉਂਦੇ ਆ ਅਤੇ ਮੱਥਾ ਟੇਕ ਕੇ ਚਲੇ ਜਾਂਦੇ ਆ, ਇੱਦਾਂ ਨਹੀਂ। ਉਹ ਸਾਡੇ ਵਰਗਿਆਂ ਵਾਂਗੂ ਨਹੀਂ, ਉਹ ਬਕਾਇਦਾ ਉੱਥੇ ਬੈਠੇ ਨੇ ਔਰ ਉਹ ਇਤਿਹਾਸ ਤੋਂ ਜਾਣੂ ਨੇ। ਉਹਨਾਂ ਨੂੰ ਪਤਾ ਹੈ ਕਿ ਸਾਡਾ ਗੁਰੂ ਨਾਨਕ, ਸਾਡਾ ਬਾਬਾ ਗੁਰੂ ਨਾਨਕ ਬਾਬਰ ਦੀ ਅੱਖ ਦੇ ਵਿੱਚ ਅੱਖ ਪਾ ਕੇ ਕਹਿੰਦਾ ਕਿ ਬਾਬਰ ਤੂੰ ਬਾਬਰ ਨਹੀਂ, ਤੂੰ ਜਾਬਰ ਹੈ। ਔਰ ਜਦੋਂ ਉਹੀ ਬਾਬਾ ਨਾਨਕ ਜਦੋਂ ਨਵਾਬ ਦੌਲਤ ਖਾਂ ਦੇ ਨਾਲ ਉਹਨਾਂ ਦੀ ਭੇਂਟ ਹੁੰਦੀ ਹੈ ਤਾਂ ਉਸ ਸਮੇਂ ਇਹ ਪ੍ਰਚਲਨ ਸੀਗਾ ਕਿ ਜਦੋਂ ਨਵਾਬਾਂ ਨੂੰ ਕੋਈ ਮਿਲਦਾ ਸੀ ਤਾਂ ਚੁੱਕ ਕੇ ਮਿਲਦਾ ਸੀ। ਤਾਂ ਗੁਰੂ ਨਾਨਕ ਸਾਹਿਬ ਉਦੋਂ ਕਹਿੰਦੇ ਨੇ, ਹਮਨੇ ਸੱਚੇ ਸਾਹਿਬ ਕੋ ਸਲਾਮ ਕੀਆ ਹੈ ਔਰ ਕਿਸੇ ਕੋ ਸਲਾਮ ਨਹੀਂ ਕਰਤੇ। ਇਹ ਗੁਰੂ ਨਾਨਕ ਸਾਹਿਬ ਕਹਿੰਦੇ ਨੇ। ਹੁਣ ਇਹੀ ਜਿਹੜੇ ਅੱਖਰ ਨੇ ਗੁਰੂ ਨਾਨਕ ਦੇ ਮੂੰਹ 'ਚੋਂ ਜੋ ਇਹ ਅੱਖਰ ਨਿਕਲਦੇ ਨੇ, ਇਹ ਸਾਡਾ ਸਿਧਾਂਤ ਬਣ ਜਾਂਦੇ ਨੇ। ਸਿੱਖ ਕਦੇ ਵੀ ਇੱਕ ਸੱਚੇ ਸਾਹਿਬ ਤੋਂ ਬਿਨਾਂ ਕਿਸੇ ਹੋਰ ਨੂੰ ਸਲਾਮ ਨਹੀਂ ਕਰਦਾ, ਚਾਹੇ ਉਹ ਕਿੱਡਾ ਹੀ ਵੱਡਾ ਤਖਤ ਕਿਉਂ ਨਾ ਹੋਏ। ਜਿਹੜੀ ਇਹ ਗੱਲ ਆਉਂਦੀ ਹੈ ਨਾ ਕਿ ਜਿਹੜੇ ਸਿੰਘ ਨੇ ਉਹ ਤਖਤਾਂ ਤਾਜਾਂ ਨੂੰ ਠੋਕਰ 'ਤੇ ਰੱਖਦੇ ਨੇ, ਉਹ ਇਸੇ ਕਰਕੇ ਰੱਖ ਪਾਉਂਦੇ ਨੇ ਕਿਉਂਕਿ ਉਹਨਾਂ ਦਾ ਜਿਹੜਾ ਸਿਧਾਂਤ ਹੈ ਉਹ ਗੁਰੂ ਨਾਨਕ ਦਾ ਸਿਧਾਂਤ ਨੂੰ ਹੀ ਮੰਨ ਕੇ ਆਪਣਾ ਸਿਧਾਂਤ ਅੱਗੇ ਤੋਰਦੇ ਨੇ। ਦੁਨਿਆਵੀ ਤਖਤਾਂ ਦੇ ਵੱਲ ਉਹ ਦੇਖਦੇ ਵੀ ਨਹੀਂ, ਦੁਨਿਆਵੀ ਤਾਕਤਾਂ ਦੇ ਵੱਲ ਉਹ ਦੇਖਦੇ ਵੀ ਨਹੀਂ। ਅਗਲੀ ਗੱਲ ਜਿਹੜੀ ਆਉਂਦੀ ਆ ਉਹ ਆਉਂਦੀ ਫਿਰ ਗੁਰੂ ਅੰਗਦ ਦੇਵ ਪਾਤਸ਼ਾਹ। ਆਪਾਂ ਇਸ ਨੂੰ ਕੰਟੀਨਿਊਟੀ ਵਿੱਚ ਵੇਖੀਏ। ਗੁਰੂ ਨਾਨਕ ਸਾਹਿਬ ਦਾ ਬਾਬਰ ਨੂੰ ਜਾਬਰ ਕਹਿਣਾ ਅਤੇ ਇਹ ਕਹਿ ਦੇਣਾ ਕਿ ਨਵਾਬ ਦੌਲਤ ਖਾਨ ਨੂੰ ਇਹ ਕਹਿ ਦੇਣਾ ਕਿ ਹਮਨੇ ਸੱਚੇ ਸਾਹਿਬ ਕੋ ਸਲਾਮ ਕੀਆ ਹੈ, ਕਿਸੇ ਔਰ ਕੋ ਸਲਾਮ ਨਹੀਂ ਕਰਤੇ। ਅਗਲੀ ਗੱਲ ਆਉਂਦੀ ਆ ਗੁਰੂ ਅੰਗਦ ਦੇਵ ਪਾਤਸ਼ਾਹ ਦੀ। ਗੁਰੂ ਅੰਗਦ ਦੇਵ ਮਹਾਰਾਜ ਨੂੰ ਜਦੋਂ ਹਮਾਯੂੰ ਆਉਂਦਾ ਹੈ ਅਤੇ ਇਸ ਆਪਾਂ ਸਾਰੇ ਜਾਣਦੇ ਹਾਂ ਕਿ ਉਹ ਤਲਵਾਰ ਕੱਢਦਾ ਹੈ ਗੁਰੂ ਮਹਾਰਾਜ ਵਾਸਤੇ। ਤਾਂ ਗੁਰੂ ਮਹਾਰਾਜ ਉਹਨੂੰ ਕਹਿੰਦੇ ਨੇ ਕਿ ਜਿੱਥੇ ਤਲਵਾਰ ਕੱਢਣੀ ਸੀ ਤੇਰੇ ਕੋਲ ਉੱਥੇ ਕੱਢ ਨਾ ਹੋਈ, ਅਤੇ ਮੈਨੂੰ ਹੁਣ ਤੂੰ ਬਜ਼ੁਰਗ ਨੂੰ ਡਰਾਉਣਾ, ਇਸ ਤਲਵਾਰ ਦੇ ਨਾਲ ਡਰਾਉਣ ਦੀ ਕੋਸ਼ਿਸ਼ ਕਰਦਾ। ਹੁਣ ਇਹ ਵੀ ਇੱਕ ਗੱਲ, ਇਹ ਵੀ ਆਪਣੇ ਆਪ ਦੇ ਵਿੱਚ ਇਸ ਚੀਜ਼ ਨੂੰ ਇੱਕ ਨੁਕਤੇ ਵਾਂਗੂ ਸਮਝ ਕੇ ਦੇਖੀਏ ਕਿ ਹਮਾਯੂੰ ਉਸ ਸਮੇਂ ਐਂਪਰਰ ਹੈ, ਉਸ ਸਮੇਂ ਉਹ ਸ਼ਾਸਕ ਹੈ, ਔਰ ਸ਼ਾਸਕ ਵੀ ਉਹ ਜਿਹੜਾ ਹੁਣ ਜਿੱਤ ਕੇ ਆਇਆ। ਅਤੇ ਅੱਜ ਕੱਲ੍ਹ ਦਾ ਕੋਈ ਅਗਰ ਆਪਾਂ ਅੱਜ ਕੱਲ੍ਹ ਦੇ ਹਿਸਾਬ ਨਾਲ ਵੇਖੀਏ ਤਾਂ ਸਾਨੂੰ ਤਾਂ ਉਹ ਜਿੱਦਾਂ, ਕਿਉਂਕਿ ਹੁਣ ਜਿੱਦਾਂ ਸਾਰੇ ਹੀ ਉਹ BJP ਕਮਲ ਦੇ ਫੁੱਲ ਵੱਲ ਤੁਰੇ ਜਾਂਦੇ ਆ, ਹੈ ਨਾ। ਸਿੰਘ ਵੀ ਸਾਡੇ ਜਿਹੜੇ ਆਪਣੇ ਆਪ ਨੂੰ ਗੁਰੂ ਘਰਾਂ ਦੇ, ਹੈਰਾਨੀ ਹੁੰਦੀ ਆ ਉਹਨਾਂ ਦੀ ਮੱਤ ਦੇ ਉੱਤੇ, ਜਿਹੜੇ ਗੁਰੂ ਘਰਾਂ ਦੀਆਂ ਵਜ਼ੀਰੀਆਂ ਛੱਡ ਕੇ ਅਤੇ ਇੱਕ ਕਮਲ ਦੇ ਫੁੱਲ ਦੇ ਪਿੱਛੇ ਤੁਰੇ ਫਿਰਦੇ ਆ। ਬਟ ਉਹ ਉਹਨਾਂ ਦੀ ਆਪਣੀ ਸੋਚ ਆ, ਆਪਾਂ ਇਸੇ ਗੱਲ ਦੇ ਉੱਤੇ ਅੱਜ ਰਹਿੰਦੇ ਹਾਂ। ਤਾਂ ਉਹ ਗੁਰੂ ਮਹਾਰਾਜ ਹਮਾਯੂੰ ਨੂੰ ਇਹ ਨਹੀਂ ਕਹਿੰਦੇ ਕਿ ਆਓ ਜੀ ਹਮਾਯੂੰ ਜੀ ਤੁਸੀਂ ਬੈਠੋ, ਉਹਨੂੰ ਇਹ ਨਹੀਂ ਕਹਿੰਦੇ, ਜਾਂ ਉਹਨੂੰ ਇਹ ਨਹੀਂ ਕਹਿੰਦੇ ਕਿ ਤੂੰ ਮੇਰੇ ਵਾਸਤੇ ਤਲਵਾਰ ਕਿਉਂ ਕੱਢੀ ਹੈ, ਤੂੰ ਇਹਨੂੰ ਅੰਦਰ ਰੱਖ ਲੈ, ਮੈਂ ਤਾਂ ਬਿਲਕੁਲ ਤੇਰੀ ਗੱਲ ਮੰਨੂਗਾ। ਉਹ ਇਹ ਨਹੀਂ ਕਹਿੰਦੇ। ਬਕਾਇਦਾ ਗੁਰੂ ਨਾਨਕ ਦੀ ਹੀ ਰੀਤ ਨੂੰ ਉਹ ਕਾਇਮ ਰੱਖਦੇ ਨੇ, ਗੁਰੂ ਨਾਨਕ ਦੇ ਹੀ ਸਿਧਾਂਤ ਨੂੰ ਉਹ ਕਾਇਮ ਰੱਖਦੇ ਨੇ, ਔਰ ਹਮਾਯੂੰ ਨੂੰ ਉਸ ਦੀ ਆਪਣੀ ਔਕਾਤ ਦੱਸਦੇ ਨੇ ਕਿ ਤੇਰੀ ਔਕਾਤ ਇੰਨੀ ਕੁ ਹੈ। ਅਤੇ ਅਗਲੀ ਗੱਲ ਜਿਹੜੀ ਆਉਂਦੀ ਹੈ ਉਹ ਗੁਰੂ ਅਮਰਦਾਸ ਪਾਤਸ਼ਾਹ ਦੀ ਆਉਂਦੀ ਹੈ। ਕੰਟੀਨਿਊਟੀ 'ਚ ਦੇਖੀ ਜਾਈਏ ਆਪਾਂ ਇਸ ਨੂੰ। ਅਤੇ ਜਦੋਂ ਅਕਬਰ ਬਾਦਸ਼ਾਹ, ਜਿਹਨੂੰ ਉਹ
ਔਰ ਉਹ ਬੜਾ ਹਰਮਨ ਪਿਆਰਾ ਵੀ ਉਸ ਸਮੇਂ ਉਹ ਬਾਦਸ਼ਾਹ ਹੋਇਆ। ਤੇ ਅਕਬਰ ਬਾਦਸ਼ਾਹ ਜਦੋਂ ਉਹਨਾਂ ਨੂੰ ਮਿਲਣ ਆਉਂਦਾ ਗੁਰੂ ਅਮਰਦਾਸ ਪਾਤਸ਼ਾਹ ਨੂੰ, ਆਪ ਸਭ ਜਾਣਦੇ ਹੋ ਇਸ ਇਤਿਹਾਸ ਤੋਂ ਭਲੀ ਭਾਂਤੀ ਜਾਣੂ ਹੋ ਕਿ ਗੁਰੂ ਮਹਾਰਾਜ ਉਹਨੂੰ ਲੱਗਦਾ ਹੈ ਕਿ ਮੈਂ ਜਦੋਂ ਜਾਊਂਗਾ ਮੈਂ ਬਾਦਸ਼ਾਹ ਹਾਂ, ਮੇਰੇ ਵਾਸਤੇ ਪਤਾ ਨਹੀਂ ਗੁਰੂ ਮਹਾਰਾਜ ਕਿੰਨੀਆਂ ਕੁ ਵੱਡੀ ਜਿਹੜੀ ਹੈ ਉਹ ਤਿਆਰੀਆਂ ਕਰਨਗੇ। ਪਰ ਪਾਤਸ਼ਾਹ ਨੂੰ ਕਹਿੰਦੇ ਨੇ ਕਿ ਪਹਿਲਾਂ ਪੰਗਤ ਫੇਰ ਸੰਗਤ। ਔਰ ਅਕਬਰ ਨੂੰ ਬਕਾਇਦਾ ਆਮ ਲੋਕਾਂ ਦੇ ਨਾਲ, ਇੱਕ ਬਾਦਸ਼ਾਹ ਨੂੰ ਬਕਾਇਦਾ ਆਮ ਲੋਕਾਂ ਦੇ ਨਾਲ ਪੰਗਤ 'ਚ ਬੈਠ ਕੇ ਪਹਿਲਾਂ ਲੰਗਰ ਛਕਣਾ ਪੈਂਦਾ, ਫਿਰ ਗੁਰੂ ਮਹਾਰਾਜ ਦੀ ਨੂੰ ਸੰਗਤ ਮਿਲਦੀ ਹੈ। ਗੁਰੂ ਮਹਾਰਾਜ ਇੱਕ ਤਖਤ, ਔਰ ਇਹ ਆਪਣੇ ਆਪ ਦੇ ਵਿੱਚ ਇਸ ਚੀਜ਼ ਨੂੰ ਸਮਝੀਏ ਕਿ ਇੱਕ ਦੁਨਿਆਵੀ ਤਖਤ ਹੈ ਜੋ ਇੱਕ ਅਕਬਰ ਬਾਦਸ਼ਾਹ ਦਾ ਹੈ, ਅਤੇ ਇੱਕ ਪਾਸੇ ਗੁਰੂ ਨਾਨਕ ਦਾ ਤਖਤ ਹੈ, ਇੱਕ ਪਾਸੇ ਗੁਰੂ ਨਾਨਕ ਦਾ ਜਿਹੜਾ ਰਾਜ ਹੈ ਉਹ ਹੈ। ਅਤੇ ਜਦੋਂ ਉਹ ਮੁਗਲਾਂ ਦਾ ਤਖਤ ਜਦੋਂ ਗੁਰੂ ਨਾਨਕ ਦੇ ਤਖਤ ਕੋਲ ਆਉਂਦਾ ਹੈ ਤਾਂ ਉਹਨੂੰ ਝੁੱਕ ਕੇ ਹੀ ਆਉਣਾ ਪੈਂਦਾ। ਉਹ ਇਸ ਤਰੀਕੇ ਨਾਲ ਨਹੀਂ ਆ ਸਕਦਾ ਕਿ ਮੈਂ ਤਾਂ ਬਾਦਸ਼ਾਹ ਹਾਂ ਅਤੇ ਤੁਸੀਂ ਮੇਰੀ ਸੇਵਾ ਕਰੋਗੇ। ਉਹਨੂੰ ਝੁੱਕ ਕੇ ਹੀ ਆਉਣਾ ਪਊਗਾ। ਗੁਰੂ ਘਰ ਦੇ ਵਿੱਚ, ਗੁਰੂ ਨਾਨਕ ਦੇ ਘਰ ਦੇ ਵਿੱਚ ਜਦੋਂ ਵੀ ਕੋਈ ਤਖਤ ਜਾਊਗਾ ਉਹਨੂੰ ਝੁੱਕ ਕੇ ਜਾਣਾ ਪਊਗਾ। ਗੁਰੂ ਅਮਰਦਾਸ ਪਾਤਸ਼ਾਹ ਵੀ ਗੁਰੂ ਨਾਨਕ ਮਹਾਰਾਜ ਦੀ ਜਿਹੜੀ ਇੱਕ ਉਹ ਸਿਧਾਂਤ ਸੀ ਉਹਦੇ ਉੱਤੇ ਪਹਿਰਾ ਦਿੰਦੇ ਹੋਏ ਅੱਗੇ ਚੱਲਦੇ ਨੇ। ਫਿਰ ਉਸ ਤੋਂ ਬਾਅਦ ਆਪਣੇ ਕੋਲ ਆਉਂਦੀ ਹੈ ਗੁਰੂ ਰਾਮਦਾਸ ਪਾਤਸ਼ਾਹ ਦੀ ਗੱਲ। ਇਹ ਵੀ ਆਪ ਸਭ ਜਾਣਦੇ ਹੋ ਕਿ ਜਦੋਂ ਅਕਬਰ ਉਹਨਾਂ ਨੂੰ ਲੰਗਰ ਦੇ ਵਾਸਤੇ ਜਿਹੜੀ 12 ਪਿੰਡਾਂ ਦਾ ਉਹ ਇੱਕ ਜਗ੍ਹਾ ਜਿਹੜੀ ਦੇਣ ਦੀ ਗੱਲ ਕਰਦਾ ਕਿ ਤੁਸੀਂ ਇਹ ਲੈ ਲਓ, ਤਾਂ ਗੁਰੂ ਮਹਾਰਾਜ ਉਹਨੂੰ ਕਹਿੰਦੇ ਨੇ ਕਿ ਇਹ ਜਿਹੜਾ ਲੰਗਰ ਹੈ ਇਹ ਉਸ ਅਕਾਲ ਪੁਰਖ ਦਾ ਚਲਾਇਆ ਹੋਇਆ ਲੰਗਰ ਹੈ। ਇਹਨੂੰ ਦੁਨਿਆਵੀ ਕਿਸੇ ਵੀ ਚੀਜ਼ ਦੀ ਜਾਂ ਦੁਨਿਆਵੀ ਕਿਸੇ ਵੀ ਧਨ ਦੌਲਤ ਦੀ ਲੋੜ ਨਹੀਂ, ਜਾਂ ਤੇਰੇ ਬਾਦਸ਼ਾਹੀਅਤ ਦੀ ਇਸ ਨੂੰ ਲੋੜ ਨਹੀਂ। ਇਹ ਆਪਣੇ ਆਪ ਉਹਦਾ ਚੱਲਦਾ ਰਹੂਗਾ। ਹੁਣ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬਾਦਸ਼ਾਹਤ ਨੂੰ ਚੈਲੰਜ ਕਰਨ ਦਾ ਤਰੀਕਾ ਕਿ ਸਾਡੇ ਕੋਲ ਆਪਣਾ ਇੱਕ ਰੂਲ ਹੈ, ਸਾਡੇ ਕੋਲ ਆਪਣਾ ਇੱਕ ਨਿਜ਼ਾਮ ਹੈ, ਸਾਡੇ ਕੋਲ ਆਪਣਾ ਇੱਕ ਤਰੀਕਾ ਹੈ, ਸਾਡੇ ਕੋਲ ਆਪਣਾ ਇੱਕ ਰਾਜ ਹੈ। ਅਸੀਂ ਉਹਦੇ ਹਿਸਾਬ ਨਾਲ ਜੋ ਕਰਾਂਗੇ। ਸਾਨੂੰ ਦੂਜੇ ਬਾਦਸ਼ਾਹ ਦੀ ਇਸ ਤਖਤ ਦੇ ਉੱਤੇ ਕੋਈ ਜ਼ਰੂਰਤ ਨਹੀਂ। ਅਗਲੀ ਗੱਲ ਆਉਂਦੀ ਹੈ ਗੁਰੂ ਅਰਜਨ ਦੇਵ ਮਹਾਰਾਜ ਦੀ। ਗੁਰੂ ਅਰਜਨ ਦੇਵ ਮਹਾਰਾਜ ਦੀ ਹੁਣ ਜਿਹੜੀ ਲਾਸਾਨੀ ਸ਼ਹਾਦਤ ਹੈ ਉਹ ਵੀ ਆਪਾਂ ਸਭ ਜਾਣਦੇ ਹਾਂ ਕਿ ਜਹਾਂਗੀਰ ਨੇ ਜਦੋਂ ਗੁਰੂ ਮਹਾਰਾਜ ਨੂੰ ਸ਼ਹੀਦ ਕਰਨ ਦੇ ਹੁਕਮ ਸੁਣਾਏ ਆ ਤਾਂ ਉਹਦੇ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਸੀਗੀਆਂ। ਕੁਝ ਕੁ ਤਾਂ ਜਿਹੜੀਆਂ ਮੋਟੇ ਤੌਰ 'ਤੇ ਜੋ ਆਪਾਂ ਡਿਸਕਸ ਕਰ ਸਕਦੇ ਹਾਂ। ਪਹਿਲੀ ਤਾਂ ਕਿਉਂਕਿ ਸਿੱਖਾਂ ਦੀ ਪੋਪੂਲੈਰਿਟੀ ਬਹੁਤ ਵੱਧ ਗਈ ਸੀ। ਦੂਜੀ ਜਿਹੜੀ ਮੀਣਿਆਂ ਦੀ, ਖਾਸ ਤੌਰ 'ਤੇ ਪ੍ਰਿਥੀ ਚੰਦੀਆਂ ਨੇ ਜਾ ਕੇ ਜਦੋਂ ਉਹ ਜਹਾਂਗੀਰ ਦੇ ਕੰਨ ਵੀ ਭਰਦੇ ਨੇ। ਅਤੇ ਤੀਸਰੀ ਖੁਸਰੋ ਨੂੰ ਗੁਰੂ ਮਹਾਰਾਜ ਦਾ ਜਿਹੜਾ ਕਿਉਂਕਿ ਖੁਸਰੋ ਜਦੋਂ ਗੁਰੂ ਮਹਾਰਾਜ ਦੀ ਸ਼ਰਨ 'ਚ ਹੀ ਆ ਗਿਆ ਤਾਂ ਜੋ ਗੁਰੂ ਘਰ ਦੀ ਸ਼ਰਨ 'ਚ ਆ ਗਿਆ ਤਾਂ ਬਸ ਫਿਰ ਉੱਥੇ ਤੇ ਉਹਦੀ ਤਾਂ ਹਿਫਾਜ਼ਤ ਗੁਰੂ ਮਹਾਰਾਜ ਨੇ ਕਰਨੀ ਹੀ ਕਰਨੀ ਹੈ ਨਾ। ਕਿਉਂਕਿ ਉਹ ਇਹ ਸਿਰਫ ਇਸ ਕਰਕੇ ਕਿ ਦੁਨਿਆਵੀ ਤਖਤ ਦੇ ਉੱਤੇ ਕੋਈ ਦਿੱਲੀ ਦੇ ਤਖਤ 'ਤੇ ਕੋਈ ਬਾਦਸ਼ਾਹ ਬੈਠਾ ਹੈ ਜਿਹਨੂੰ ਉਹ ਪਸੰਦ ਨਹੀਂ, ਅਤੇ ਇਸ ਕਰਕੇ ਗੁਰੂ ਮਹਾਰਾਜ ਵੀ ਉਸ ਦਿੱਲੀ ਦੇ ਤਖਤ ਦੇ ਕਰਕੇ ਆਪਣਾ ਤਖਤ ਉਹਦੇ ਨਾਲ ਥੋੜ੍ਹੀ ਕੋਈ ਕੰਪਰੋਮਾਈਜ਼ ਕਰਨਗੇ। ਸੋ ਗੁਰੂ ਅਰਜਨ ਦੇਵ ਮਹਾਰਾਜ ਦੀ ਜਿਹੜੀ ਸ਼ਹੀਦੀ ਹੈ, ਜਿਹੜੀ ਕਿ ਪੂਰੇ ਇੰਡਿਕ ਰਿਲੀਜਨ ਦੇ ਵਿੱਚ, ਪੂਰੇ ਇੰਡੀਆ ਦੇ ਜਿਹੜਾ ਉਹ ਇੱਕ ਜਿਹੜਾ ਪੂਰਾ ਖਿੱਤਾ ਹੈ ਉਹਦੇ ਵਿੱਚ ਪਹਿਲੀ ਐਸੀ ਸ਼ਹਾਦਤ ਹੁੰਦੀ ਹੈ ਜਿਹੜੀ ਇਸ ਤਰੀਕੇ ਨਾਲ ਹੁੰਦੀ ਹੈ ਕਿ ਉਹਦੇ ਵਿੱਚ ਇੱਕ ਕੋਡਡ ਮੈਸੇਜ ਵੀ ਸਿੱਖਾਂ ਨੂੰ ਜਾਂਦਾ। ਉਹ ਮੈਸੇਜ ਕੀ ਹੈ ਕਿ ਗੁਰੂ ਨਾਨਕ ਦੇ ਘਰ ਦੇ ਵਿੱਚ, ਗੁਰੂ ਨਾਨਕ ਦੇ ਸਿਧਾਂਤ ਦੇ ਨਾਲ, ਗੁਰੂ ਨਾਨਕ ਦੇ ਤਖਤ ਦੇ ਨਾਲ, ਗੁਰੂ ਨਾਨਕ ਦੇ ਰਾਜ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਵੀ ਕੰਪਰੋਮਾਈਜ਼ ਸੰਭਵ ਨਹੀਂ। ਸਿਰਫ ਇਸ ਕਰਕੇ ਕਿ ਦਿੱਲੀ ਤਖਤ ਨੂੰ ਖੁਸ਼ ਕਰਨਾ, ਤਾਂ ਇਸ ਕਰਕੇ ਪ੍ਰਿਥੀ ਚੰਦ ਤਾਂ ਜਾ ਕੇ ਉੱਥੇ ਜੋ ਮਰਜ਼ੀ ਕਹੀ ਜਾ ਸਕਦਾ। ਉਹ ਮੀਣਿਆਂ ਦਾ ਆਪਾਂ ਨੂੰ ਪਤਾ ਹੈ ਸਾਰਾ, ਉਹਨਾਂ ਨੇ ਜੋ ਵੀ ਗ੍ਰੰਥ ਵੀ ਲਿਖਿਆ। ਸੋ ਉਹ ਜੋ ਵੀ ਕਰ ਰਿਹਾ, ਪਰ ਉਸ ਨੂੰ ਕੋਈ ਛੋਟ ਨਹੀਂ ਹੈ। ਔਰ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਜਿਹੜੀ ਸ਼ਹਾਦਤ ਹੁੰਦੀ ਹੈ ਉਹ ਆਪਣੇ ਆਪ ਵਿੱਚ ਹੀ ਇਸ ਗੱਲ ਨੂੰ ਬੜਾ ਕਲੀਅਰ ਚਿੱਟੇ ਦੇਣ ਵਾਂਗੂ ਸਾਫ਼ ਕਰ ਦਿੰਦੀ ਹੈ ਕਿ ਗੁਰੂ ਨਾਨਕ ਦੇ ਘਰ ਦੇ ਵਿੱਚ ਜਿਹੜੇ ਸਿਧਾਂਤ ਹੈ ਉਹਨਾਂ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਕੰਪਰੋਮਾਈਜ਼ ਨਹੀਂ ਹੋ ਸਕਦਾ। ਗੁਰੂ ਨਾਨਕ ਦੇ ਜਿਹੜਾ ਘਰ ਦਾ ਜੋ ਗੁਰੂ ਨਾਨਕ ਦਾ ਤਖਤ ਹੈ ਉੱਥੇ ਬਾਰ-ਬਾਰ ਇਹੀ ਗੱਲ ਦੁਹਰਾਉਂਦੀ ਰਹੂਗੀ ਕਿ ਬਾਬਰ ਤੂੰ ਜਾਬਰ ਹੈ, ਬਾਬਰ ਤੂੰ ਜਾਬਰ ਹੈ। ਉਹ ਸਿਰਫ ਇੱਕ ਰੂਪ ਬਦਲ ਸਕਦੇ ਨੇ। ਗੁਰੂ ਨਾਨਕ ਪਾਤਸ਼ਾਹ ਜਦੋਂ ਦੀ ਜੋਤ ਗੁਰੂ ਅੰਗਦ ਦੇਵ ਮਹਾਰਾਜ ਜਾਊਗੀ ਉਹ ਵੀ ਇੱਦਾਂ ਹੀ ਕਰਨਗੇ। ਗੁਰੂ ਅਮਰਦਾਸ ਪਾਤਸ਼ਾਹ ਜਾਊਗੀ ਉਹ ਵੀ ਇੱਦਾਂ ਹੀ ਕਰਨਗੇ। ਗੁਰੂ ਰਾਮਦਾਸ ਪਾਤਸ਼ਾਹ 'ਚ ਉਹ ਵੀ ਇੱਦਾਂ ਹੀ। ਗੁਰੂ ਅਰਜਨ ਦੇਵ ਮਹਾਰਾਜ ਵੀ ਉਸੇ ਤਰੀਕੇ ਨਾਲ ਬਾਬਰ ਨੂੰ ਜਾਬਰ ਕਹਿਣਗੇ। ਬੇਸ਼ੱਕ ਬਾਬਰ ਦਾ ਹੁਣ ਰੂਪ ਬਦਲ ਕੇ ਜਹਾਂਗੀਰ ਹੋ ਗਿਆ, ਪਰ ਉਹ ਜਹਾਂਗੀਰ ਨੂੰ ਵੀ ਕਹਿਣਗੇ ਕਿ ਤੂੰ ਜਾਬਰ ਹੈ। ਸਿਰਫ ਇਸ ਕਰਕੇ ਕਿ ਕਿਤੇ ਇਹਦੇ ਨਾਲ ਉਹ ਸ਼ਹਾਦਤ ਨਾ ਪਾਉਣੀ ਪੈ ਜਾਏ। ਉਹ ਆਪਣੇ ਜਿਹੜਾ ਸਿਧਾਂਤ ਆ ਉਹਦੇ ਨਾਲ ਕੰਪਰੋਮਾਈਜ਼ ਨਹੀਂ ਕਰਨਗੇ।
गुरु नानक ने कह दिता कि हमने सच्चे साहिब को सलाम किया है, किसी और को सलाम नहीं करते। ਪ੍ਰਿਥੀ ਚੰਦ बेशक जाके सलाम कर रहा है, पर गुरु महाराज गुरु अर्जन देव पातशाह वो जाके सलाम नहीं करनगे, वो जहांगीर नूं भी यही कहणगे, हमने सच्चे साहिब को सलाम किया है, किसी और को सलाम हम नहीं करते। फिर इस सिद्धांत ਦੇ ਉੱਤੇ खड़े रहन ਦੇ ਲਈ ਚਾਹੇ ਉਹਨਾਂ ਨੂੰ ਸ਼ਹਾਦਤ ਹੀ ਕਿਉਂ ਨਾ ਦੇਣੀ ਪੈ ਜਾਏ। ਸੋ ਇਹ ਜਿਹੜਾ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਲਾਈਫ ਦੇ ਵਿੱਚੋਂ ਸਾਨੂੰ ਲੱਭਦਾ। ਉਸ ਤੋਂ ਅਗਲੀ ਗੱਲ ਆਉਂਦੀ ਗੁਰੂ ਹਰਗੋਬਿੰਦ ਪਾਤਸ਼ਾਹ ਦੀ। ਗੁਰੂ ਹਰਗੋਬਿੰਦ ਪਾਤਸ਼ਾਹ ਬਕਾਇਦਾ ਇੱਕ ਸੈਪਰੇਟ ਰੂਲ ਦਾ ਜਿਹੜਾ ਬਿਗਲ ਆ ਉਹ ਵਜਾ ਦਿੰਦੇ ਆ। ਹੁਣ ਆਪ ਸਭ ਨੂੰ ਪਤਾ ਹੈ ਕਿ ਜਿਹੜੀ ਪਹਿਲੀ ਲੜਾਈ ਉਹ ਬਾਜ ਤੋਂ ਹੁੰਦੀ ਆ, ਉਹ ਲੜਾਈ ਦਾ ਮਕਸਦ ਕੀ ਸੀ? ਉਹ ਜਿਹੜੀ ਬਾਜ ਕਰਕੇ ਲੜਾਈ ਹੁੰਦੀ ਆ ਉਹਦਾ ਮਕਸਦ ਕੀ ਸੀ? ਉਹਦਾ ਮਕਸਦ ਇਸੇ ਇੱਕ ਜ਼ਾਲਮ ਤਖਤ ਨੂੰ ਚੈਲੰਜ ਕਰਨਾ ਸੀ। ਦਿੱਲੀ ਦੇ ਜ਼ਾਲਮ ਤਖਤ ਨੂੰ ਜਦੋਂ ਗੁਰੂ ਨਾਨਕ ਦਾ ਤਖਤ ਚੈਲੰਜ ਕਰਦਾ ਤਾਂ ਉਹ ਇਸ ਤਰੀਕੇ ਨਾਲ ਕਰਦਾ। ਔਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਉਹ ਸੰਗਤਾਂ ਨੂੰ ਦਰਸ਼ਨ ਦੇ ਰਹੇ ਨੇ, ਬਾਣੀ ਪੜ੍ਹ ਰਹੇ ਨੇ, ਉਹ ਗੁਰੂ ਨੇ, ਪਰ ਜਦੋਂ ਉਹ ਤਖਤ 'ਤੇ ਬੈਠੇ ਨੇ ਤਾਂ ਉਹ ਬਾਦਸ਼ਾਹ ਹੋ ਜਾਂਦੇ ਨੇ। ਉਹ ਬਾਦਸ਼ਾਹ ਹੋ ਕੇ ਹੀ ਤਖਤ 'ਤੇ ਬੈਠਦੇ ਨੇ। ਔਰ ਗੁਰੂ ਨਾਨਕ ਦਾ ਜਿਹੜਾ ਤਖਤ ਹੈ ਉਹ ਉਸ ਸਮੇਂ ਦਿੱਲੀ ਦੇ ਤਖਤ ਨੂੰ ਚੁਣੌਤੀ ਦਿੰਦਾ। ਕਿਉਂ ਦਿੰਦਾ? ਕਿਉਂਕਿ ਦਿੱਲੀ ਦਾ ਤਖਤ ਜਿਹੜਾ ਉਹ ਜ਼ਾਲਮ ਹੁਕਮਰਾਨ ਦੇ ਹੱਥ ਦੇ ਵਿੱਚ ਹੈ, ਉਹ ਗੁਰੂ ਨਾਨਕ ਦੇ ਸਿਧਾਂਤ ਦੇ ਉੱਤੇ ਨਹੀਂ ਚੱਲ ਰਿਹਾ। ਸੋ ਇਸੇ ਤਰੀਕੇ ਨਾਲ ਹੀ ਆਪਾਂ ਅਗਲੀ ਗੱਲ ਕਰੀਏ ਤਾਂ ਗੁਰੂ ਹਰ ਰਾਏ ਸਾਹਿਬ ਦੀ ਗੱਲ ਆਉਂਦੀ ਹੈ। ਹੁਣ ਗੁਰੂ ਹਰ ਰਾਏ ਸਾਹਿਬ ਦੀ ਇਹ ਵੀ ਆਪ ਸਭ ਨੂੰ ਇਸ ਇਤਿਹਾਸ ਤੋਂ ਵੀ ਆਪ ਜਾਣੂ ਹੋਣਗੇ ਕਿ ਦਾਰਾ ਸ਼ਿਖੋ ਨੂੰ ਗੁਰੂ ਹਰ ਰਾਏ ਸਾਹਿਬ ਜਿਹੜੇ ਨੇ ਉਹ ਆਪਣੀ ਸ਼ਰਨ 'ਚ ਲੈਂਦੇ ਨੇ। ਔਰ ਇਹ ਗੱਲ ਜਿਹੜੀ ਹੈ ਔਰੰਗਜ਼ੇਬ ਨੂੰ ਪਸੰਦ ਨਹੀਂ ਆਉਂਦੀ। ਔਰ ਔਰੰਗਜ਼ੇਬ ਬਕਾਇਦਾ ਗੁਰੂ ਹਰ ਰਾਏ ਸਾਹਿਬ ਨੂੰ ਜਦੋਂ ਮਿਲਣ ਲਈ ਬੁਲਾਉਂਦਾ ਤਾਂ ਰਾਮ ਰਾਏ ਨੂੰ ਭੇਜਿਆ ਜਾਂਦਾ। ਹੁਣ ਰਾਮ ਰਾਏ ਉੱਥੇ ਜਾ ਕੇ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇੱਕ ਪੰਕਤੀ ਦੇ ਨਾਲ ਛੇੜਛਾੜ ਕਰਦਾ। ਆਪ ਸਭ ਨੂੰ ਪਤਾ ਇਸ ਬਾਰੇ। ਤਾਂ ਉਸ ਦਾ ਨਤੀਜਾ ਕੀ ਹੁੰਦਾ ਕਿ ਬਕਾਇਦਾ ਗੁਰੂ ਪਾਤਸ਼ਾਹ ਜਿਹੜੇ ਨੇ ਗੁਰੂ ਹਰ ਰਾਏ ਮਹਾਰਾਜ ਉਸ ਨੂੰ ਸਿੱਖ ਧਰਮ 'ਚੋਂ ਹੀ ਨਿਕਾਲ ਦਿੰਦੇ ਨੇ, ਉਸ ਨੂੰ ਆਪਣੇ ਆਪ ਨਾਲੋਂ ਹੀ ਅਲੱਗ ਕਰ ਦਿੰਦੇ ਨੇ। ਹੁਣ ਇੱਥੇ ਵੀ ਇਹੀ ਗੱਲ ਦੁਬਾਰਾ ਗੁਰੂ ਅੰਗਦ ਦੇਵ ਸਾਹਿਬ ਦੀ ਜਿਹੜੀ ਸ਼ਹੀਦੀ ਹੈ ਉਸੇ ਦੀ ਪਰੰਪਰਾ, ਉਸੇ ਦੀ ਇੱਕ ਗੱਲ ਨੂੰ ਦੁਬਾਰਾ ਮੋਹਰ ਲੱਗਦੀ ਹੈ ਕਿ ਚਾਹੇ ਉਹ ਗੁਰੂ ਘਰ ਦਾ ਸਪੁੱਤਰ ਹੀ ਕਿਉਂ ਨਾ ਹੋਵੇ, ਪਰ ਗੁਰੂ ਦੇ ਸਿਧਾਂਤ ਦੇ ਨਾਲ ਛੇੜਛਾੜ ਕਰਨ ਦਾ ਕਿਸੇ ਨੂੰ ਕੋਈ ਹੱਕ ਨਹੀਂ। ਅਗਲੀ ਗੱਲ ਆਉਂਦੀ ਹੈ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੀ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਜਦੋਂ ਦਿੱਲੀ ਬੁਲਾਇਆ ਜਾਂਦਾ ਹੈ ਤਾਂ ਉਹ ਸਭ ਤੋਂ ਪਹਿਲਾਂ ਇਹੀ ਬੋਲਦੇ ਨੇ, ਨਹਿ ਮਲੇਸ਼ ਕੋ ਦਰਸ਼ਨ ਦੇ ਹੈ। ਔਰ ਉਸ ਤੋਂ ਬਾਅਦ ਫਿਰ ਰਾਜਾ ਜੈ ਸਿੰਘ ਨੂੰ ਵਿੱਚ ਲਿਆਂਦਾ ਜਾਂਦਾ ਔਰ ਫਿਰ ਜਿੱਦਾਂ ਵੀ ਆਉਂਦੇ ਨੇ ਉਹ ਇਤਿਹਾਸ ਹੈ। ਪਰ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਵੀ ਇਸ ਗੱਲ ਨੂੰ ਰਿਪੀਟ ਕਰਦੇ ਨੇ। ਸੋ ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਗੱਲ ਹੈ ਕਿ ਹਮਨੇ ਸੱਚੇ ਸਾਹਿਬ ਕੋ ਸਲਾਮ ਕੀਆ ਹੈ, ਉਹੀ ਗੱਲ ਗੁਰੂ ਹਰਕ੍ਰਿਸ਼ਨ ਮਹਾਰਾਜ ਵੀ ਦੁਹਰਾਉਂਦੇ ਨੇ। ਔਰ ਫਿਰ ਆਉਂਦੀ ਹੈ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਗੱਲ। ਉਹ ਆਪਾਂ ਸਭ ਨੂੰ ਬੜੀ ਭਲੀ ਭਾਂਤੀ ਪਤਾ ਕਿ ਗੁਰੂ ਤੇਗ ਬਹਾਦਰ ਮਹਾਰਾਜ ਜਿਹੜੇ ਨੇ ਉਹ ਬਕਾਇਦਾ ਉਸ ਤਖਤ ਦੀ ਜ਼ੁਲਮ ਨੂੰ, ਉਸ ਬਾਬਰ ਨੂੰ ਜਾਬਰ ਕਹਿਣ ਦੇ ਲਈ ਹੀ ਬਕਾਇਦਾ, ਔਰ ਉਸ ਨੂੰ ਦੁਨੀਆ ਦੇ ਵਿੱਚ ਜਾਬਰ ਦੱਸਣ ਦੇ ਲਈ ਕਿ ਤੂੰ ਵਾਕਈ ਜਾਬਰ ਹੈ, ਬਕਾਇਦਾ ਆਪਣਾ ਸ਼ੀਸ਼ ਵੀ ਦਿੰਦੇ ਨੇ। ਉਹ ਕਿਸੇ ਇੱਕ ਧਰਮ ਦੀ ਲਈ ਗੱਲ ਨਹੀਂ ਹੁੰਦੀ, ਸਿਰਫ ਇੱਕ ਹਿੰਦੂ ਧਰਮ ਦੀ ਗੱਲ ਨਹੀਂ ਆ ਇੱਥੇ ਗੱਲ ਹੈ ਕਿ ਗੁਰੂ ਮਹਾਰਾਜ ਨੇ ਸਮੁੱਚੀ ਕਾਇਨਾਤ ਦਾ ਜਿਹੜਾ ਇੱਕ ਹਿਊਮਨ ਰਾਈਟਸ ਦੀ ਪਹਿਲੀ ਪਰੰਪਰਾ ਜਿਹੜੀ ਹੈ ਉਹ ਗੁਰੂ ਮਹਾਰਾਜ ਤੋਰਦੇ ਨੇ। ਔਰ ਇਸ ਤਰ੍ਹਾਂ ਦੀ ਪਰੰਪਰਾ ਕਿ ਗੁਰੂ ਮਹਾਰਾਜ ਬਕਾਇਦਾ ਉਹ ਕਿਸੇ ਦੇ ਹਿਊਮਨ ਰਾਈਟਸ ਵਾਸਤੇ ਉਹ ਆਪਣਾ ਸੀਸ ਵੀ ਭੇਟ ਕਰ ਦਿੰਦੇ ਨੇ। ਅੱਜ ਆਪਣੇ ਕੋਲ ਬਹੁਤ ਸਾਰੇ ਹਿਊਮਨ ਰਾਈਟਸ ਕਮਿਸ਼ਨ ਨੇ। ਜਰਾ ਸੋਚ ਕੇ ਦੇਖਿਓ ਜੇ ਕਿ ਐਸਾ ਕਿਹੜਾ ਹਿਊਮਨ ਰਾਈਟਸ ਕਮਿਸ਼ਨ ਹੈ ਜਿਹੜਾ ਆਪਣਾ ਸਿਰ ਦੇ ਕੇ ਕਿਸੇ ਦੇ ਹਿਊਮਨ ਰਾਈਟਸ ਲਈ ਲੜੂਗਾ। ਮੇਰੀ ਗੱਲ ਐਮਨੈਸਟੀ ਇੰਟਰਨੈਸ਼ਨਲ ਵਾਲਿਆਂ ਨਾਲ ਹੋ ਰਹੀ ਸੀ, ਬਹੁਤਾ ਸਮਾਂ ਨਹੀਂ ਹੋਇਆ, ਥੋੜ੍ਹੇ ਦਿਨ ਪਹਿਲਾਂ ਹੀ ਮੇਰੀ ਉਹਨਾਂ ਨਾਲ ਗੱਲ ਹੋ ਰਹੀ ਹੈ। ਤਾਂ ਮੈਂ ਉਹਨਾਂ ਨੂੰ ਇਹ ਗੱਲ ਪੁੱਛੀ ਸੀਗੀ ਕਿ ਤੁਸੀਂ ਇੰਡੀਆ ਕਿਉਂ ਛੱਡ ਕੇ ਆ ਗਏ? ਤਾਂ ਉਹ ਕਹਿੰਦੇ ਜੀ ਇੰਡੀਅਨ ਗਵਰਨਮੈਂਟ ਨੇ ਸਾਨੂੰ ਮਨਾ ਕਰ ਦਿੱਤਾ। ਅਤੇ ਮੈਂ ਉਹਨਾਂ ਨੂੰ ਕਿਹਾ ਕਿ ਇੰਡੀਅਨ ਗਵਰਨਮੈਂਟ ਨੇ ਮਨਾ ਕਰ ਦਿੱਤਾ ਤਾਂ ਤੁਹਾਨੂੰ ਇਹ ਅਲਾਰਮਿੰਗ ਨਹੀਂ ਲੱਗਦਾ ਕਿ ਕੋਈ ਵੀ ਗਵਰਨਮੈਂਟ ਐਮਨੈਸਟੀ ਨੂੰ ਕੰਮ ਕਰਨ ਤੋਂ ਕਿਉਂ ਮਨਾ ਕਰੂਗੀ? ਐਮਨੈਸਟੀ ਇੰਟਰਨੈਸ਼ਨਲ ਹਿਊਮਨ ਰਾਈਟਸ ਇੱਕ ਏਜੰਸੀ ਹੈ, ਉਹਨੂੰ ਕਿਉਂ ਮਨਾ ਕਰੂਗੀ? ਅਤੇ ਉਹ ਕਹਿੰਦੇ ਸਾਨੂੰ ਵੀ ਲੱਗਦਾ ਹੈ ਕਿ ਕੁਛ ਤਾਂ ਗੱਲ ਗੜਬੜ ਹੋਊਗੀ। ਅਤੇ ਮੈਂ ਕਿਹਾ ਅਗਰ ਤੁਹਾਨੂੰ ਲੱਗਦਾ ਹੈ ਤਾਂ ਤੁਹਾਨੂੰ ਨਹੀਂ ਲੱਗਦਾ ਕਿ ਫਿਰ ਤੁਹਾਡੀ ਉੱਥੇ ਜ਼ਿਆਦਾ ਜ਼ਰੂਰਤ ਹੈ? ਤਾਂ ਉਹ ਕਹਿੰਦੇ ਜੀ ਅਸੀਂ ਕੀ ਕਰ ਸਕਦੇ ਹਾਂ। ਮੈਂ ਉਦੋਂ ਫਿਰ ਉਹਨਾਂ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਦੀ ਗੱਲ ਦੱਸੀ ਸੀਗੀ ਕਿ ਇੱਕ ਤੁਹਾਡੀ ਐਮਨੈਸਟੀ ਇੰਟਰਨੈਸ਼ਨਲ ਹੈ ਜਿਹਦੇ ਕੋਲ ਤਕਰੀਬਨ ਸਾਰੇ ਮੁਲਕ ਦੇ ਵਿੱਚ ਹੀ, ਸਾਰੀ ਦੁਨੀਆ ਦੇ ਵਿੱਚ ਉਹਨਾਂ ਦੇ ਬ੍ਰਾਂਚਿਸ ਨੇ, ਔਰ ਇੰਨਾ ਤੁਹਾਡੇ ਕੋਲ ਫੰਡ ਵੀ ਹੈ, ਸਭ ਕੁਛ ਹੈ, ਸਪੋਰਟ ਵੀ ਹੈ, ਇੰਟਰਨੈਸ਼ਨਲ ਸਪੋਰਟ ਵੀ ਹੈ।
ਤੇ ਫਿਰ ਵੀ ਤੁਸੀਂ ਉੱਥੋਂ ਨਿਕਲ ਕੇ ਆ ਜਾਂਦੇ ਹੋ। ਇੱਕ ਸਾਡੇ ਗੁਰੂ ਤੇਗ ਬਹਾਦਰ ਮਹਾਰਾਜ ਨੇ, ਜਿਹੜੇ ਕਿਸੇ ਦੇ ਆਪਣੇ ਲਈ ਨਹੀਂ ਪਰ ਕਿਸੇ ਦੇ ਰਾਈਟਸ ਦੀ ਰਕਸ਼ਾ ਦੇ ਵਾਸਤੇ ਆਪਣਾ ਸੀਸ ਵੀ ਦੇ ਆਉਂਦੇ ਨੇ। ਔਰ ਉਹ ਇਹੀ ਗੱਲ ਕਹਿ ਰਹੇ ਸੀਗੇ ਕਿ ਇਹ ਕਿਉਂ? ਤਾਂ ਫਿਰ ਮੈਂ ਉਹਨਾਂ ਨੂੰ ਇਹੀ ਕਿਹਾ ਸੀ, ਕਿਉਂਕਿ ਗੁਰੂ ਨਾਨਕ ਦਾ ਸਿਧਾਂਤ ਜਿਹੜਾ ਹੈ ਉਹ ਇੱਕ ਨਿਰਮਲ ਪੰਥ ਦੀ ਗੱਲ ਕਰਦਾ ਹੈ, ਜਿਹੜਾ ਇੱਕ ਨਿਰਮਲ ਪੰਥ ਜਿਹਦੇ ਜਿਹੜੀ ਨੀਹਾਂ ਹੈ ਉਹ ਸੱਚ ਦੇ ਉੱਤੇ ਰਹਿਣਗੀਆਂ। ਗੁਰੂ ਮਹਾਰਾਜ ਦੀ ਜਿਹੜਾ ਇੱਕ ਸਿਧਾਂਤ ਹੈ ਗੁਰੂ ਨਾਨਕ ਪਾਤਸ਼ਾਹ ਦਾ, ਉਹ ਸਿਧਾਂਤ ਦੀ ਗੱਲ ਕਰਦੇ ਨੇ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਨੀ ਨੀਵ ਕੇ। ਹੁਣ ਇਸੇ ਹੀ ਸੱਚੇ ਰਾਜ ਦੀ ਗੱਲ ਗੁਰੂ ਮਹਾਰਾਜ ਕਰ ਰਹੇ ਨੇ। ਗੁਰੂ ਨਾਨਕ ਪਾਤਸ਼ਾਹ ਨੇ ਪੂਰਨੇ ਪਾਏ ਔਰ ਉਸ ਤੋਂ ਬਾਅਦ ਆਪਾਂ ਲੜੀਵਾਰ ਦੇਖਦੇ ਆ ਰਹੇ ਹਾਂ ਕਿ ਕਿਸ ਤਰੀਕੇ ਨਾਲ ਹਰ ਇੱਕ ਗੁਰੂ ਪਾਤਸ਼ਾਹ ਨੇ ਇਸ ਸਿਧਾਂਤ ਦੇ ਉੱਤੇ ਮੋਹਰ ਲਾਈ ਹੈ ਕਿ ਨਾ ਤਾਂ ਅਸੀਂ ਕਿਸੇ ਇੱਕ ਸੱਚੇ ਸਾਹਿਬ ਤੋਂ ਬਿਨਾਂ ਹੋਰ ਕਿਸੇ ਦੇ ਅੱਗੇ ਝੁਕਦੇ ਹਾਂ, ਇੱਕ ਗੱਲ, ਚਾਹੇ ਉਹ ਕੋਈ ਵੀ ਤਖਤ ਕਿਉਂ ਨਾ ਹੋਵੇ। ਦੂਜੀ ਗੱਲ ਕਿ ਗੁਰੂ ਨਾਨਕ ਦੇ ਸਿਧਾਂਤਾਂ ਦੇ ਅਧੀਨ ਅਸੀਂ ਕਦੀ ਵੀ ਬਾਬਰ ਨੂੰ ਜਾਬਰ ਕਹਿਣ ਤੋਂ ਡਰਦੇ ਨਹੀਂ, ਚਾਹੇ ਉਸ ਦਾ ਜਿਹੜਾ ਹੱਲ ਜਾਂ ਉਸ ਦਾ ਜੋ ਉਹਦਾ ਰਿਜ਼ਲਟ ਹੈ ਉਹ ਕੁਛ ਮਰਜ਼ੀ ਨਿਕਲੇ। ਇਹ ਸਾਡੇ ਸਾਹਮਣੇ ਸਿਧਾਂਤ ਹੈ। ਔਰ ਇਸੇ ਸਿਧਾਂਤ ਦੇ ਉੱਤੇ ਚੱਲਦਿਆਂ ਅੱਗੇ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇਖਦੇ ਹਾਂ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਪਨ ਦੀ ਇੱਕ ਛੋਟੀ ਜਿਹੀ ਗੱਲ ਆਉਂਦੀ ਹੈ ਕਿ ਪਟਨੇ ਦੇ ਨਵਾਬ ਦੀ ਜਦੋਂ ਪਾਲਕੀ ਜਾ ਰਹੀ ਹੈ ਤਾਂ ਉਦੋਂ ਵੀ ਨਵਾਬ ਨੂੰ ਬਕਾਇਦਾ ਸਿਰ ਝੁਕਾਉਣ ਦੀ ਇੱਕ ਰੀਤ ਹੈ। ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੋ ਕਿ ਬਾਲ ਗੁਰੂ ਗੋਬਿੰਦ ਸਿੰਘ ਨੇ, ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਉਹਨਾਂ ਨੂੰ ਉਹ ਸਿਰ ਨਹੀਂ ਝੁਕਾਉਂਦੇ, ਉਹ ਬਕਾਇਦਾ ਆਪਣੇ ਜਿਹੜੇ ਸਾਥੀ ਨੇ ਉਹਨਾਂ ਦੇ ਨਾਲ ਉਹਨਾਂ ਦਾ ਮਖੌਲ ਉਡਾ ਕੇ ਨਵਾਬ ਦੀ ਪਾਲਕੀ ਦਾ ਤੇ ਉੱਥੋਂ ਚਲੇ ਜਾਂਦੇ ਨੇ। ਉਹ ਬਕਾਇਦਾ ਇਹ ਜਿਹੜਾ ਇੱਕ ਅਧੀਨਤਾ ਦਾ ਇੱਕ ਸਿਸਟਮ ਹੈ ਕਿਸੇ ਵੀ ਰਾਜ ਭਾਗ ਦੇ ਵਿੱਚ, ਕਿਉਂਕਿ ਜਿਹੜਾ ਹਲੀਮੀ ਰਾਜ ਹੋਊਗਾ ਨਾ, ਉਹ ਰਾਜ ਇਸ ਕਰਕੇ ਨਹੀਂ ਹੋਊਗਾ ਕਿ ਬਾਕੀਆਂ ਨੂੰ ਅੱਗੇ ਝੁਕਾ ਲਿਓ। ਜਿੱਥੇ ਵੀ ਜਿਹੜਾ ਰਾਜਾ ਹੈ ਉਹ ਬਾਕੀਆਂ ਨੂੰ, ਆਪਣੀ ਪ੍ਰਜਾ ਨੂੰ ਝੁਕਾਉਣ ਦਾ ਕੰਮ ਕਰਨਾ ਸ਼ੁਰੂ ਕਰ ਦੂਗਾ, ਸਮਝ ਲਓ ਕਿ ਓਪਰੈਸ਼ਨ ਸ਼ੁਰੂ ਹੋ ਗਿਆ। ਔਰ ਗੁਰੂ ਨਾਨਕ ਦੇ ਜਿਹੜਾ ਰਾਜ ਦੀ ਇੱਕ ਸਿਧਾਂਤ ਹੈ ਉਹਦੇ ਵਿੱਚ ਐਸੇ ਕਿਸੇ ਵੀ ਓਪਰੇਸ਼ਨ ਦੀ ਗੱਲ ਨਹੀਂ ਹੈ, ਕਿਉਂਕਿ ਇਹੀ ਕਾਰਨ ਹੈ ਕਿ ਅਸੀਂ ਸਿਰਫ ਸੱਚੇ ਸਾਹਿਬ ਨੂੰ ਸਲਾਮ ਕਰਦੇ ਹਾਂ। ਸਿੱਖ ਸਿਰਫ ਇੱਕ ਸੱਚੇ ਸਾਹਿਬ ਨੂੰ ਸਲਾਮ ਕਰਦਾ, ਉਹ ਕਿਸੇ ਵੀ ਹੋਰ ਨੂੰ ਸਲਾਮ ਨਹੀਂ ਕਰਦਾ, ਚਾਹੇ ਉਹ ਕਿਸੇ ਵੀ ਤਖਤ ਦਾ ਮਾਲਕ ਕਿਉਂ ਨਾ ਹੋਵੇ। ਇਹ ਜਿਹੜਾ ਹੁਣ ਪੂਰਾ ਇਤਿਹਾਸ ਹੈ ਇਹ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਖੜਾ, ਔਰ ਛੋਟੇ ਸਾਹਿਬਜ਼ਾਦੇ ਬਕਾਇਦਾ ਇਸ ਇਤਿਹਾਸ ਤੋਂ ਜਾਣੂ ਨੇ ਔਰ ਉਹਨਾਂ ਨੂੰ ਪਤਾ ਹੈ, ਉਹਨਾਂ ਦੀ ਟ੍ਰੇਨਿੰਗ ਹੋਈ ਹੈ, ਉਹਨਾਂ ਨੂੰ ਪਤਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਕੀ ਕੀਤਾ, ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਕਿਉਂ ਹੋਈ ਹੈ, ਕੀ ਉਹਦੇ ਪਿੱਛੇ ਕਾਰਨ ਸੀ ਔਰ ਉਹ ਸਿਧਾਂਤ ਕੀ ਸੀਗਾ ਜਿਸ ਨੂੰ ਦ੍ਰਿੜ ਕਰਨ ਦੇ ਲਈ ਗੁਰੂ ਮਹਾਰਾਜ ਨੇ ਆਪਣਾ ਸੀਸ ਭੇਟ ਕਰ ਦਿੱਤਾ। ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪਣਾ ਸੀਸ ਭੇਟ ਕਰਤਾ। ਇਹ ਕੀ ਸਿਧਾਂਤ ਸੀ? ਛੋਟੇ ਸਾਹਿਬਜ਼ਾਦਿਆਂ ਨੂੰ ਇਹਨਾਂ ਸਿਧਾਂਤਾਂ ਬਾਰੇ ਪਤਾ ਹੈ, ਉਹਨਾਂ ਨੂੰ ਪਤਾ ਹੈ, ਉਹ ਇਸ ਗੱਲ ਤੋਂ ਵੀ ਬਾਖੂਬੀ ਜਾਣੂ ਨੇ ਕਿ ਜੋਤ ਓਹਾ ਜੁਗ ਦਸਾਏ ਸੇ ਕਾਇਆ ਫੇਰ ਪਲਟੀਏ। ਉਹਨਾਂ ਨੂੰ ਇਹ ਵੀ ਪਤਾ, ਉਹਨਾਂ ਨੂੰ ਪਤਾ ਹੈ ਕਿ ਗੁਰੂ ਨਾਨਕ, ਗੁਰੂ ਅੰਗਦ ਦੇਵ ਪਾਤਸ਼ਾਹ, ਗੁਰੂ ਅਮਰਦਾਸ ਮਹਾਰਾਜ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਕੋਈ ਵੀ ਦੋ ਨਹੀਂ ਨੇ। ਉਹ ਇਸ ਗੱਲ ਨੂੰ ਵੀ ਜਾਣਦੇ ਨੇ ਔਰ ਇਹ ਜਾਣਦੇ ਨੇ ਕਿ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਕਰ ਰਹੇ ਨੇ ਉਹ ਦਰਅਸਲ ਗੁਰੂ ਨਾਨਕ ਹੀ ਕਰ ਰਹੇ ਨੇ। ਉਹ ਇਸ ਗੱਲ ਤੋਂ ਵੀ ਭਲੀ ਭਾਂਤੀ ਜਾਣੂ ਨੇ। ਸੋ ਉਹ ਇਸ ਕੰਟੀਨਿਊਟੀ ਨੂੰ ਵੀ ਸਮਝਦੇ ਨੇ, ਉਹ ਇਤਿਹਾਸ ਦੀ ਕੰਟੀਨਿਊਟੀ ਨੂੰ ਵੀ ਸਮਝਦੇ ਨੇ, ਉਹ ਸਿਧਾਂਤਾਂ ਨੂੰ ਵੀ ਸਮਝਦੇ ਨੇ ਔਰ ਇਹਨਾਂ ਸਿਧਾਂਤਾਂ ਨੂੰ ਦ੍ਰਿੜ ਕਰਨ ਲਈ, ਇਹਨਾਂ ਸਿਧਾਂਤਾਂ ਨੂੰ ਮਜ਼ਬੂਤ ਕਰਨ ਦੇ ਲਈ ਹੋਈਆਂ ਸ਼ਹਾਦਤਾਂ ਨੂੰ ਵੀ ਜਾਣਦੇ ਨੇ ਔਰ ਬਕਾਇਦਾ ਉਹ ਸਮਝਦੇ ਨੇ ਕਿ ਅਸੀਂ ਕਿਹਨੂੰ ਸਲਾਮ ਕਰਨਾ ਅਤੇ ਕਿਹਨੂੰ ਨਹੀਂ। ਇਹੀ ਕਾਰਨ ਹੈ ਕਿ ਜਦੋਂ ਸੂਬੇ ਦੀ ਕਚਹਿਰੀ ਲੱਗਦੀ ਹੈ, ਸੂਬੇ ਸਰਹੰਦ ਦੀ ਕਚਹਿਰੀ ਲੱਗਦੀ ਹੈ, ਤਾਂ ਉਹਨਾਂ ਨੂੰ ਬੱਚਿਆਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਸਲਾਮ ਕਰੋ। ਅਤੇ ਉਹ ਬੱਚੇ ਜਿਨ੍ਹਾਂ ਨੂੰ ਆਪਾਂ ਬੱਚੇ ਕਹਿੰਦੇ ਹਾਂ, ਛੋਟੇ ਸਾਹਿਬਜ਼ਾਦੇ ਜਿਹੜੇ ਨੇ, ਉਹ ਛੋਟੇ ਸਾਹਿਬਜ਼ਾਦੇ ਵੀ ਉਸ ਵੇਲੇ ਉਹੀ ਗੱਲ ਦੁਹਰਾਉਂਦੇ ਨੇ ਜੋ ਗੁਰੂ ਨਾਨਕ ਪਾਤਸ਼ਾਹ ਨੇ ਦੁਹਰਾਈ ਹੈ। ਉਹ ਵੀ ਇਹੀ ਕਹਿੰਦੇ ਨੇ, ਹਮਨੇ ਸੱਚੇ ਸਾਹਿਬ ਕੋ ਸਲਾਮ ਕੀਆ ਹੈ, ਕਿਸੀ ਔਰ ਕੋ ਸਲਾਮ ਹਮ ਨਹੀਂ ਕਰਤੇ। ਸੋ ਇੱਥੋਂ ਆਪਾਂ ਇਹ ਸਮਝ ਲਈਏ ਕਿ ਜਿਹੜੀ ਉਹ ਗੱਲ ਆਉਂਦੀ ਹੈ ਨਾ ਕਿ ਉਹਨਾਂ 'ਚ ਇਹ ਜਜ਼ਬਾ ਕਿੱਥੋਂ ਆਇਆ ਸੀ। ਉਹਨਾਂ 'ਚ ਜਜ਼ਬਾ ਆਇਆ ਸੀ ਇਤਿਹਾਸ ਤੋਂ, ਉਹਨਾਂ 'ਚ ਜਜ਼ਬਾ ਆਇਆ ਸੀ ਇਸ ਸਿਧਾਂਤ ਦੀ ਸਮਝ ਤੋਂ। ਔਰ ਇਹ ਸਾਰਾ ਕੁਝ ਹੋ ਕਿੱਦਾਂ ਸਕਿਆ? ਕਿਉਂਕਿ ਉਹ ਲਗਾਤਾਰ ਆਪਣੇ ਇਤਿਹਾਸ ਦੇ ਨਾਲ ਜੁੜੇ ਹੋਏ ਸੀ, ਉਹ ਲਗਾਤਾਰ ਗੁਰੂ ਨਾਨਕ ਦੇ ਫਲਸਫੇ ਨਾਲ ਜੁੜੇ ਹੋਏ ਸੀ। ਉਹਨਾਂ ਨੂੰ ਇਹ ਪਤਾ ਸੀ ਕਿ ਜੋ ਉਹਨਾਂ ਦੇ ਪਿਤਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਰ ਰਹੇ ਨੇ ਉਹ ਦਰਅਸਲ ਗੁਰੂ ਨਾਨਕ ਦਾ ਹੀ ਸਿਧਾਂਤ ਹੈ ਜਿਸ ਨੂੰ ਉਹ ਅੱਗੇ ਚਲਾ ਰਹੇ ਨੇ। ਔਰ ਉਹ ਜਿਹੜਾ ਇੱਕ ਸੱਚਾ ਜੋ ਇੱਕ ਰਾਜ
ਖੜਾ ਕਰਨ ਦੀ ਜੋ ਇੱਕ ਪਰੰਪਰਾ ਹੈ, ਜੋ ਇੱਕ ਸਾਡਾ ਇੱਕ ਟੀਚਾ ਸੀ, ਜੋ ਗੁਰੂ ਨਾਨਕ ਦਾ ਮਿਸ਼ਨ ਸੀ, ਉਸੇ ਨੂੰ ਹੀ ਸੰਪੂਰਨ ਕਰ ਰਹੇ ਨੇ। ਸੋ ਉਹ ਗੁਰੂ ਨਾਨਕ ਨੂੰ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦੋ ਕਰਕੇ ਨਹੀਂ ਜਾਣਦੇ। ਉਹ ਸਾਡੇ ਤੋਂ ਸਿਆਣੇ ਆ, ਉਹਨਾਂ ਨੂੰ ਪਤਾ ਆ ਕਿ ਉਹ ਇੱਕੋ ਹੀ ਸੀ, ਕਿਉਂਕਿ ਉਹਨਾਂ ਨੇ ਬਕਾਇਦਾ ਉੱਥੇ ਦੀਵਾਨ ਸੁਣੇ ਹੋਏ ਨੇ। ਸੋ ਜਦੋਂ ਤੁਹਾਡੇ ਨਾਲ ਤੁਹਾਡਾ ਇਤਿਹਾਸ ਚੱਲਦਾ ਹੈ, ਜਦੋਂ ਤੁਹਾਨੂੰ ਤੁਹਾਡੇ ਇਤਿਹਾਸ ਦੀ ਸਮਝ ਹੁੰਦੀ ਹੈ ਔਰ ਬਕਾਇਦਾ ਗੁਰੂ ਚਰਨਾਂ ਦੇ ਵਿੱਚ ਬੈਠ ਕੇ ਸਮਝ ਆਉਂਦੀ ਹੈ, ਆਪਣੇ ਆਪ ਮੇਰੇ ਵਰਗਾ ਬੋਲ ਕੇ ਚੱਲ ਜੂਗਾ, ਕਿਤੇ ਹੋਰੋਂ ਕੁਛ ਹੋਰ ਸੁਣ ਲਓਗੇ, ਉਹਦੇ ਨਾਲ ਕੁਛ ਨਹੀਂ ਹੋਣਾ। ਜਦੋਂ ਤੱਕ ਅਸੀਂ ਆਪਣੀ ਲਿਵ ਗੁਰੂ ਚਰਨਾਂ ਦੇ ਨਾਲ ਨਹੀਂ ਜੋੜਦੇ, ਜਦੋਂ ਤੱਕ ਅਸੀਂ ਗੁਰੂ ਚਰਨਾਂ ਦੇ ਨਾਲ ਲੱਗ ਕੇ, ਗੁਰਬਾਣੀ ਦੇ ਨਾਲ ਲੱਗ ਕੇ ਆਪਣਾ ਇਤਿਹਾਸ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ, ਤਦ ਤੱਕ ਸਾਨੂੰ ਇਹ ਸਮਝ ਨਹੀਂ ਆਉਣਾ ਕਿ ਉਹਨਾਂ ਛੋਟੇ ਫਰਜ਼ੰਦਾਂ ਦੇ ਵਿੱਚ ਐਸਾ ਜਜ਼ਬਾ ਆਇਆ ਕਿੱਦਾਂ ਸੀ। ਸੋ ਇਹ ਜਜ਼ਬਾ ਹੀ ਸਮਝਣ ਦੇ ਲਈ ਆ, ਜਿਹੜਾ ਜਿੰਨਾ ਕਿ ਮੈਂ ਤੁਹਾਨੂੰ ਇਤਿਹਾਸ ਦੇ ਕੁਛ ਪੰਨੇ ਜਿਹੜੇ ਆਪਾਂ ਪਲਟੇ ਆ, ਅਗਰ ਆਪਾਂ ਉਹਨੂੰ ਦੇਖੀਏ ਤਾਂ ਇੱਕ ਕੰਟੀਨਿਊਟੀ ਦੇ ਵਿੱਚ ਹੀ ਦਿੱਲੀ ਤਖਤ, ਜੋ ਕਿ ਇੱਕ ਜਾਬਰ ਦਾ ਤਖਤ ਸੀ, ਜੋ ਕਿ ਇੱਕ ਕਰੂਅਲ ਤਖਤ ਸੀ, ਜੋ ਇੱਕ ਟਾਇਰਨੀ ਦਾ ਇੱਕ ਐਪੀਟਮ ਸੀ, ਉਹਨੂੰ ਬਕਾਇਦਾ ਚੈਲੰਜ ਕਰਦਾ ਆ ਰਿਹਾ ਸੀ ਗੁਰੂ ਨਾਨਕ ਦਾ ਤਖਤ। ਗੁਰੂ ਨਾਨਕ ਦਾ ਰਾਜ ਉਸ ਤਖਤ ਨੂੰ ਚੈਲੰਜ ਕਰਦਾ ਆ ਰਿਹਾ ਸੀ। ਔਰ ਇਹਨਾਂ ਛੋਟੇ ਸਾਹਿਬਜ਼ਾਦਿਆਂ ਨੂੰ ਪਤਾ ਸੀ ਕਿ ਅਸੀਂ ਕਿਹਦੇ ਫਰਜ਼ੰਦ, ਅਸੀਂ ਗੁਰੂ ਨਾਨਕ ਦਾ ਹੀ ਮਿਸ਼ਨ ਅੱਗੇ ਲੈ ਕੇ ਚੱਲਣਾ। ਇਸ ਕਰਕੇ ਸਾਨੂੰ ਅਗਰ ਗੁਰੂ ਅਰਜਨ ਦੇਵ ਮਹਾਰਾਜ ਦੇ ਵਾਂਗੂ ਤੱਤੀ ਤਵੀ 'ਤੇ ਬੈਠਣਾ ਪਿਆ ਤਾਂ ਵੀ ਮਨਜ਼ੂਰ ਹੈ, ਠੰਡੇ ਬੁਰਜ ਵਿੱਚ ਰਹਿਣਾ ਪਿਆ ਤਾਂ ਵੀ ਮਨਜ਼ੂਰ ਹੈ। ਸੋ ਇਸ ਕਰਕੇ ਇੱਥੋਂ ਉਹਨਾਂ ਦਾ ਜਿਹੜਾ ਜਜ਼ਬਾ ਹੈ ਉਹ ਸਾਹਮਣੇ ਆਉਂਦਾ। ਅਗਲੀ ਗੱਲ ਜਿਹੜੀ ਸਾਨੂੰ ਸਮਝਣੀ ਪਊਗੀ ਉਹ ਹੈ ਕਿ ਇਹ ਵੀ ਇੱਕ ਬੜਾ ਇੰਪੋਰਟੈਂਟ ਨੁਕਤਾ ਹੈ, ਜੋ ਇਹਨਾਂ ਸ਼ਹੀਦੀ ਦਿਨਾਂ ਵਿੱਚ ਸਾਨੂੰ ਸਮਝਣਾ ਵੀ ਚਾਹੀਦਾ, ਸਾਨੂੰ ਆਪਣੇ ਦਿਮਾਗ ਦੇ ਵਿੱਚ ਥੋੜ੍ਹਾ ਜਿਹਾ ਇਹਦੇ ਉੱਤੇ ਘੋਖਣਾ ਵੀ ਚਾਹੀਦਾ। ਸ਼ਹੀਦੀਆਂ ਦੀ ਗਾਥਾ ਸ਼ੁਰੂ ਕਿੱਥੋਂ ਹੁੰਦੀ ਹੈ? ਸਿੱਖਾਂ ਦੇ ਵਿੱਚ ਬਕਾਇਦਾ ਉਸ ਪੂਰੇ ਇੰਡਿਕ ਜਿਹੜਾ ਰਿਲੀਜਨਸ ਨੇ ਉਹਨਾਂ ਦੇ ਵਿੱਚ ਸ਼ਹੀਦੀਆਂ ਦੀ ਗਾਥਾ ਸ਼ੁਰੂ ਕਿੱਥੋਂ ਹੁੰਦੀ ਹੈ? ਸਮਝੀਏ ਇਸ ਨੂੰ ਕਿ ਸ਼ਹੀਦੀਆਂ ਦੀ ਗਾਥਾ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਤੱਤੀ ਤਵੀ ਦੇ ਉੱਤੇ ਬੈਠਣ ਦੇ ਨਾਲ ਸ਼ੁਰੂ ਹੁੰਦੀ ਹੈ। ਬਕਾਇਦਾ ਉਹਨਾਂ ਨੂੰ ਤੱਤੀ ਤਵੀ ਦੇ ਉੱਪਰ ਬਿਠਾਇਆ ਜਾਂਦਾ, ਸਿਰ 'ਚ ਉਹਨਾਂ ਦੇ ਰੇਤ ਪਾਈ ਜਾਂਦੀ ਹੈ, ਔਰ ਇਸ ਬਾਰੇ ਸਾਨੂੰ ਸਭ ਨੂੰ ਪਤਾ। ਸੋ ਐਕਸਟ੍ਰੀਮ ਇੱਕ ਹੈ ਕਿ ਜਿੱਥੇ ਉਹਨਾਂ ਨੂੰ ਮਤਲਬ ਜਲਾਉਣ ਦੀ, ਜਾਂ ਇਹ ਕਹਿ ਲਓ ਕਿ ਉਹ ਇੱਕ ਜਿਹਨੂੰ ਆਪਾਂ ਹੌਟ ਕਹਿ ਸਕਦੇ ਹਾਂ, ਟੈਂਪਰੇਚਰ ਇੱਕ ਹੌਟ, ਤਾਂ ਉਹ ਇੱਕ ਐਕਸਟ੍ਰੀਮ ਵੱਲ ਜਾ ਰਹੀ ਗੱਲ। ਔਰ ਜਾ ਕੇ ਇਹਦਾ ਜਿਹੜਾ ਜਦੋਂ ਆਪਾਂ ਇਹਨੂੰ ਦੇਖਾਂਗੇ ਤਾਂ ਛੋਟੇ ਸਾਹਿਬਜ਼ਾਦਿਆਂ ਦੀ ਜਿਹੜੀ ਜਦੋਂ ਇਹਦੇ ਉੱਤੇ ਫਾਈਨਲ ਇੱਕ ਮੋਹਰ ਲੱਗਦੀ ਹੈ ਇਸ ਸ਼ਹੀਦੀ ਪਰੰਪਰਾ ਦੇ ਉੱਤੇ, ਤਾਂ ਉਹ ਲੱਗਦੀ ਹੈ ਠੰਡੇ ਬੁਰਜ ਦੇ ਵਿੱਚ। ਹੁਣ ਠੰਡਾ ਬੁਰਜ ਹੈ ਔਰ ਮਹੀਨਾ ਵੀ ਪੋਹ ਦਾ ਹੈ, ਇਹ ਵੀ ਬੜੀ ਇੰਪੋਰਟੈਂਟ ਗੱਲ ਹੈ। ਗਰਮੀਆਂ ਦਾ ਮਹੀਨਾ ਹੁੰਦਾ ਤਾਂ ਸ਼ਾਇਦ ਉਹ ਗੱਲ ਨਾ ਬਣਦੀ। ਉੱਧਰ ਤੱਤੀ ਤਵੀ 'ਤੇ ਬੈਠਦੇ ਨੇ ਔਰ ਮਹੀਨਾ ਵੀ ਗਰਮੀਆਂ ਦਾ ਹੈ। ਸੋ ਇਸ ਚੀਜ਼ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਕਿ ਗੁਰੂ ਮਹਾਰਾਜ ਸਾਨੂੰ ਬਕਾਇਦਾ ਆਪ ਜਿਹੜਾ ਸਾਡੇ ਵਾਸਤੇ ਐਗਜ਼ੈਂਪਲਸ ਸਿਰਜ ਕੇ, ਉਹ ਇਹ ਇੰਝ ਹੀ ਹਵਾ 'ਚ ਨਹੀਂ ਗੱਲਾਂ ਹੋ ਗਈਆਂ, ਉਹ ਬਕਾਇਦਾ ਐਗਜ਼ੈਂਪਲ ਹੈ। ਔਰ ਅਸੀਂ ਬੜੇ ਖੁਸ਼ਕਿਸਮਤ ਹਾਂ ਕਿਉਂਕਿ ਬਹੁਤਾਤ ਦੇ ਵਿੱਚ ਜਿਹੜੇ ਭਾਵੇਂ ਧਰਮ ਦੇ ਆਗੂ ਹੋਣ ਅਤੇ ਚਾਹੇ ਕਿਸੇ ਤਰ੍ਹਾਂ ਦੇ ਵੀ ਆਗੂ ਹੋਣ, ਉਹ ਲੋਕਾਂ ਨੂੰ ਮਰਵਾਇਆ ਕਰਦੇ ਹੁੰਦੇ ਆ, ਆਪ ਕਦੀ ਵੀ ਸ਼ਹੀਦੀਆਂ ਨਹੀਂ ਦਿੰਦੇ। ਔਰ ਸਾਡੇ ਗੁਰੂ ਪਾਤਸ਼ਾਹੀਆਂ ਨੇ ਸਾਨੂੰ ਬਕਾਇਦਾ ਖੁਦ ਸ਼ਹੀਦੀਆਂ ਦੇ ਕੇ ਸ਼ਹੀਦੀਆਂ ਦਾ ਗੁਰ ਸਿਖਾਇਆ ਹੈ, ਸਾਡੀ ਟ੍ਰੇਨਿੰਗ ਦਿੱਤੀ ਹੈ ਸਾਨੂੰ, ਹੈ ਨਾ। ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਮੰਗ, ਉਹ ਸਾਨੂੰ ਸਾਡੀ ਉਹ ਟ੍ਰੇਨਿੰਗ ਉਹਨਾਂ ਨੇ ਕਰਾਈ ਹੈ। ਬਕਾਇਦਾ ਗਰਮ ਮਹੀਨੇ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਤੱਤੀ ਤਵੀ 'ਤੇ ਬੈਠਦੇ ਨੇ ਔਰ ਉਹਨਾਂ ਦੇ ਸਿਰ ਦੇ ਵਿੱਚ ਰੇਤ ਵੀ ਪਾਈ ਜਾਂਦੀ ਹੈ। ਇੱਧਰ ਪੋਹ ਦੇ ਮਹੀਨੇ ਦੇ ਵਿੱਚ ਬਕਾਇਦਾ ਸਰਦ ਮਹੀਨੇ ਦੇ ਵਿੱਚ, ਸਭ ਤੋਂ ਸਰਦ ਮਹੀਨੇ ਦੇ ਵਿੱਚ ਠੰਡੇ ਬੁਰਜ ਦੇ ਵਿੱਚ ਬਿਨਾਂ ਕਿਸੇ ਕੱਪੜੇ ਦੇ, ਬਿਨਾਂ ਕਿਸੇ ਹੋਰ ਜੋ ਵੀ ਉਹਨਾਂ ਦੀ ਰਜਾਈ ਤਲਾਈ ਕੋਈ ਉਹਨਾਂ ਨੂੰ ਨਹੀਂ ਮਿਲਦੀ, ਉਹ ਉੱਥੇ ਬੈਠੇ ਨੇ। ਤਾਂ ਦੋਨੋਂ ਹੀ ਪਾਸੇ ਸਬਰ ਦਾ ਜਿਹੜਾ ਹੈ ਉਹ ਇੱਕ ਐਕਸਟ੍ਰੀਮ ਹੈ। ਜੇ ਕਰੂਰਤਾ ਦੀ ਹੱਦ ਹੈ ਤਾਂ ਸਬਰ ਦੀ ਵੀ ਹੱਦ ਹੈ, ਦੋਨੋਂ ਹੀ ਪਾਸੇ। ਔਰ ਇਹਦੇ ਵਿਚਕਾਰ ਹੀ ਜਿਹੜਾ ਪੂਰਾ ਫਲਸਫਾ ਹੈ ਸ਼ਹੀਦੀਆਂ ਦਾ, ਉਹ ਇਨਕੈਪਸੂਲੇਟ ਹੋ ਜਾਂਦਾ। ਸਾਨੂੰ ਸਾਡੇ ਮਹਾਰਾਜ ਇਹ ਦੱਸ ਦਿੰਦੇ ਨੇ ਕਿ ਸੱਚ ਦੇ ਮਾਰਗ 'ਤੇ ਚੱਲਦਿਆਂ ਜਦੋਂ ਤੁਸੀਂ ਬਾਬਰ ਨੂੰ ਜਾਬਰ ਕਹਿਣ ਦੀ ਕੋਸ਼ਿਸ਼ ਕਰੋਗੇ, ਜਦੋਂ ਤੁਸੀਂ ਗੁਰੂ ਨਾਨਕ ਦੇ ਰਾਜ ਦੇ ਨਿਯਮ ਦੇ ਉੱਤੇ, ਗੁਰੂ ਨਾਨਕ ਦੇ ਮਿਸ਼ਨ ਦੇ ਉੱਤੇ ਅੱਗੇ ਚੱਲਦਿਆਂ ਜਦੋਂ ਤੁਸੀਂ ਸੱਚ ਦਾ ਜਿਹੜਾ ਰਾਜ ਹੈ ਉਹਨੂੰ ਖੜਾ ਕਰਨ ਦੀ ਕੋਸ਼ਿਸ਼ ਕਰੋਗੇ, ਅਤੇ ਅੱਗੇ ਜ਼ਬਰ ਜਿਹੜਾ ਹੈ ਉਹ ਤੁਹਾਡੇ ਨਾਲ ਲੜਨ ਨੂੰ ਤਿਆਰ ਬੈਠਾ ਹੋਊਗਾ। ਔਰ ਉਹਦੇ ਵਾਸਤੇ ਤੁਹਾਨੂੰ ਮੁੱਲ ਕੋਈ ਵੀ ਤਾਰਨਾ ਪੈ ਸਕਦਾ। ਹੋ ਸਕਦਾ ਤੁਹਾਨੂੰ ਠੰਡੇ ਬੁਰਜ ਵਿੱਚ ਕੈਦ ਕੀਤਾ ਜਾਵੇ, ਜਾਂ ਹੋ ਸਕਦਾ ਤੁਹਾਨੂੰ ਤੱਤੀ ਤਵੀ 'ਤੇ ਬਿਠਾ ਦਿੱਤਾ ਜਾਵੇ। ਸੋ ਇਹ ਨਾ ਸੋਚਿਓ ਕਿ ਸਿਰਫ ਤੱਤੀਆਂ ਤਵੀਆਂ ਹੀ ਹੋ ਸਕਦੀਆਂ, ਹੋ ਸਕਦਾ ਤੁਹਾਡੇ ਲਈ ਠੰਡੇ ਬੁਰਜ ਹੋਣ। ਅਤੇ ਇਹ ਵੀ ਨਾ ਸੋਚਿਓ ਕਿ ਸਿਰਫ ਠੰਡੇ ਬੁਰਜ ਹੀ ਹੋਣਗੇ, ਹੋ ਸਕਦਾ ਤੱਤੀਆਂ ਤਵੀਆਂ ਵੀ ਹੋਣ।
ਇਹੋ ਜਿਹਾ ਫਲਸਫਾ ਜਦੋਂ ਆ ਜਾਂਦਾ ਹੈ, ਉਸ ਤੋਂ ਬਾਅਦ ਜਾਂ ਉਸ ਦੌਰਾਨ ਜਿਹੜੀਆਂ ਸ਼ਹੀਦੀਆਂ ਦੀ ਇੱਕ ਪਰੰਪਰਾ ਹੈ ਕਿ ਬਕਾਇਦਾ ਆਰਿਆਂ ਨਾਲ ਚੀਰੇ ਜਾਣਾ ਜਾਂ ਕੋਹਲੂ ਦੇ ਵਿੱਚ ਪੀਸੇ ਜਾਣਾ, ਇਹ ਸਾਰੀਆਂ ਸ਼ਹੀਦੀਆਂ ਉਹਦੇ ਵਿੱਚੋਂ ਹੀ ਨਿਕਲ ਕੇ, ਉਸ ਫਲਸਫੇ ਦੇ ਵਿੱਚੋਂ ਹੀ ਨਿਕਲ ਕੇ ਸਾਡੀ ਝੋਲੀ ਪੈਂਦੀਆਂ। ਫਿਰ ਹੀ ਜਿਹੜੇ ਸਿੱਖਾਂ ਦੀਆਂ ਜਿਹੜੀਆਂ ਸ਼ਹਾਦਤਾਂ ਨੇ ਉਹਨਾਂ ਨੂੰ ਕੋਈ ਇੱਕ ਰਾਈਟਰ ਲਿਖਦਾ ਹੈ ਕਿ ਕਿੰਨੇ ਹੀ ਮੈਂ ਈਸਾ ਸਲੀਬ ਦੇ ਉੱਤੇ ਦੇਖੇ ਨੇ, ਸਿੱਖਾਂ ਦੇ ਵਿੱਚ ਕਿੰਨੇ ਹੀ ਈਸਾ ਸਲੀਬ ਦੇ ਉੱਤੇ ਦੇਖੇ ਨੇ, ਕਿ ਜਿਹੜੇ ਈਸਾਈ ਨੇ ਉਹ ਇੱਕ ਈਸਾ ਦੀ ਸਲੀਬ ਦੇ ਉੱਤੇ ਚੜ੍ਹਨ ਦੀ ਗੱਲ ਕਰਦੇ ਨੇ, ਇੱਥੇ ਪਤਾ ਨਹੀਂ ਕਿੰਨੇ ਹੀ ਈਸਾ ਸਲੀਬ ਦੇ ਉੱਤੇ ਚੜ੍ਹ ਗਏ। ਸੋ ਇਹ ਜਿਹੜੀਆਂ ਗੱਲਾਂ ਨੇ ਇਹ ਸਾਡਾ ਜਿਹੜਾ ਇੱਕ ਇਤਿਹਾਸ ਹੈ ਉਹ ਸਾਨੂੰ ਸਿਰਜ ਕੇ ਦਿੱਤਾ ਗਿਆ। ਸਾਡੇ ਕੋਲ ਬਕਾਇਦਾ ਪ੍ਰੈਕਟੀਕਲ ਐਗਜ਼ਾਮਪਲਸ ਨੇ। ਤੀਸਰੀ ਗੱਲ ਜਿਹੜੀ ਹੈ ਉਹ ਸਾਨੂੰ ਇਹ ਵੀ ਸਮਝਣੀ ਬਹੁਤ ਜ਼ਰੂਰੀ ਹੈ ਕਿ ਇੱਕ ਪਾਸੇ ਸਿਰਫ ਸ਼ਹੀਦੀ ਦਿਨਾਂ ਦੀ ਅਗਰ ਆਪਾਂ ਗੱਲ ਕਰੀਏ ਤਾਂ ਉਹ ਇਹ ਹੈ ਕਿ ਇੱਕ ਪਾਸੇ ਜੰਗ ਦੇ ਵਿੱਚ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਰਹੇ ਨੇ, ਉਹ ਬਕਾਇਦਾ ਜੰਗ ਦੇ ਵਿੱਚ ਜੂਝ ਕੇ ਸ਼ਹੀਦ ਹੋ ਰਹੇ ਨੇ। ਦੂਸਰੇ ਪਾਸੇ ਸਬਰ ਅਤੇ ਸੰਤੋਖ ਦੇ ਨਾਲ ਛੋਟੇ ਸਾਹਿਬਜ਼ਾਦੇ ਵੀ ਸ਼ਹੀਦ ਹੋ ਰਹੇ ਨੇ। ਸੋ ਕਿਤੇ ਵੀ ਉਹਨਾਂ ਨੇ ਨਾ ਤਾਂ ਕਿਤੇ ਕੰਪਰੋਮਾਈਜ਼ ਦੀ ਗੱਲ ਹੈ, ਪਰ ਦੋਨੋਂ ਹੀ ਤਰੀਕੇ ਕਿ ਹੋ ਸਕਦਾ ਤੁਹਾਨੂੰ ਜੰਗ ਦੇ ਵਿੱਚ ਜੂਝਣਾ ਪੈ ਜਾਏ, ਅਤੇ ਇਹ ਵੀ ਹੋ ਸਕਦਾ ਕਿ ਤੁਹਾਨੂੰ ਸਬਰ ਸੰਤੋਖ ਦੇ ਨਾਲ ਕੰਮ ਲੈਣਾ ਪੈ ਜਾਏ। ਪਰ ਦੋਵੇਂ ਹੀ ਤਰੀਕਿਆਂ ਦੇ ਨਾਲ ਸ਼ਹੀਦੀ ਜਿਹੜੀ ਹੋਣੀ ਆ, ਇਹ ਵੀ ਸਾਡੇ ਲਈ ਇੱਕ ਮੈਸੇਜ ਹੈ ਕਿ ਇਹ ਨਾ ਸੋਚਿਓ ਕਿ ਸਬਰ ਸੰਤੋਖ ਜਿਹੜਾ ਆ ਉਹਦੇ ਨਾਲ ਤੁਸੀਂ ਜਾਂ ਤੁਹਾਨੂੰ ਕੋਈ ਡਰਾਉਣ ਦੀ ਕੋਸ਼ਿਸ਼ ਕਰੂਗਾ ਅਤੇ ਸਬਰ ਸੰਤੋਖ ਕਿਸੇ ਕਮਜ਼ੋਰ ਦੀ ਗੱਲ ਹੈ, ਕਿਉਂਕਿ ਉਹ ਸਬਰ ਸੰਤੋਖ ਦੇ ਵਿੱਚ ਵੀ ਰਹਿੰਦੇ ਨੇ, ਪਰ ਫਿਰ ਵੀ ਉਹ ਜਿਹੜਾ ਇੱਕ ਉਹਨਾਂ ਦੀ ਗਰਜ ਹੈ, ਜੋ ਉਹਨਾਂ ਦਾ ਸਿਧਾਂਤ ਹੈ, ਉਹ ਅਟੱਲ ਰਹਿੰਦਾ। ਔਰ ਉਹ ਦੂਜੇ ਪਾਸੇ ਕਈ ਵਾਰੀ ਹੋ ਸਕਦਾ ਕਿਤੇ ਤੁਹਾਨੂੰ ਮੈਦਾਨੇ ਜੰਗ ਦੇ ਵਿੱਚ ਹੀ ਜੂਝਣਾ ਪੈ ਜਾਏ। ਸੋ ਇਹ ਸਾਰੀਆਂ ਚੀਜ਼ਾਂ ਨੂੰ ਜਦੋਂ ਆਪਾਂ ਇੱਕ ਕੰਟੀਨਿਊਟੀ ਵਿੱਚ ਦੇਖਾਂਗੇ ਤਾਂ ਸਾਨੂੰ ਸਾਡੇ ਲਈ ਇੱਕ ਸਿਧਾਂਤ ਨਜ਼ਰ ਆਊਗਾ, ਸਾਨੂੰ ਸਾਡੇ ਲਈ ਸਮਝ ਆਊਗੀ ਕਿ ਸਾਡੇ ਗੁਰੂ ਪਾਤਸ਼ਾਹ ਨੇ ਸਾਡੇ ਲਈ ਇੱਕ ਸਿਧਾਂਤ ਉਚਰਿਆ ਹੈ, ਔਰ ਉਹ ਸਿਧਾਂਤ ਨੂੰ ਪੂਰਾ ਕਰਨ ਦੇ ਲਈ ਰਸਤੇ ਦੇ ਵਿੱਚ ਜੋ ਵੀ ਮੁਸ਼ਕਲਾਂ ਆ ਸਕਦੀਆਂ ਨੇ ਉਹ ਸਾਨੂੰ ਉਹਨਾਂ ਨੇ ਪ੍ਰੈਕਟੀਕਲ ਕਰਕੇ ਦਿਖਾ ਦਿੱਤੀਆਂ। ਔਰ ਇਹ ਵੀ ਦੱਸ ਦਿੱਤਾ ਕਿ ਗੁਰੂ ਘਰ ਦੇ ਨਾਲ, ਗੁਰੂ ਦੇ ਸਿਧਾਂਤਾਂ ਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਹੋ ਸਕਦਾ, ਚਾਹੇ ਉਹ ਗੁਰੂ ਪੁੱਤਰ ਹੀ ਕਿਉਂ ਨਾ ਹੋਵੇ। ਉਸ ਨੂੰ ਵੀ ਇਹ ਛੋਟ ਨਹੀਂ ਹੈ ਕਿ ਉਹ ਗੁਰੂ ਦੇ ਸਿਧਾਂਤਾਂ ਦੇ ਨਾਲ ਕੋਈ ਕੰਪਰੋਮਾਈਜ਼ ਕਰੇ। ਅਤੇ ਤੁਸੀਂ ਆਪਾਂ ਤਾਂ ਚੀਜ਼ ਹੀ ਕੀ ਹਾਂ। ਫਿਰ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਦੋਂ ਆਪਾਂ ਦੇਖਦੇ ਹਾਂ ਤਾਂ ਫਿਰ ਇਸ ਸ਼ਹੀਦੀ ਮਹੀਨੇ ਦੇ ਵਿੱਚ ਆਪਾਂ ਇਹ ਦੇਖੀਏ, ਇਹਨਾਂ ਦਿਨਾਂ ਦੇ ਵਿੱਚ ਆਪਾਂ ਇਹ ਦੇਖੀਏ ਕਿ ਅਸੀਂ ਕਿੱਥੇ ਖੜ੍ਹੇ ਹਾਂ। ਸਮਾਂ ਮੈਨੂੰ ਇਜਾਜ਼ਤ ਨਹੀਂ ਦੇ ਰਿਹਾ ਕਿਉਂਕਿ ਸਮਾਂ ਹੋ ਗਿਆ, ਪਰ ਇੱਕ ਛੋਟੀ ਜਿਹੀ ਗੱਲ ਹੈ ਜੋ ਮੈਂ ਇਹ ਬੇਨਤੀ ਕਰਕੇ ਉਸ ਤੋਂ ਬਾਅਦ ਆਪਣੀ ਬਾਣੀ ਨੂੰ ਵਿਸ਼ਰਾਮ ਦਊਂਗੀ। ਇੱਕ ਤਾਂ ਗੱਲ ਇਹ ਹੈ ਕਿ ਸ਼ਹੀਦੀਆਂ ਨੂੰ, ਕਿਉਂਕਿ ਜਦੋਂ ਇਸ ਤਰੀਕੇ ਦਾ ਜਿਹੜਾ ਇੱਕ ਇਲਾਹੀ ਰਾਜ ਚਲਾਉਣ ਦੀ ਗੱਲ ਹੋਵੇ, ਕਿਉਂਕਿ ਉਹ ਦੈਵਿਕ ਸਿਧਾਂਤਾਂ ਦੀ ਗੱਲ ਜਦੋਂ ਚੱਲ ਰਹੀ ਹੋਵੇ, ਤਾਂ ਉਸ ਸਮੇਂ ਤੁਸੀਂ ਦੁਨਿਆਵੀ ਤਰਕਾਂ ਦੇ ਨਾਲ ਚੀਜ਼ਾਂ ਨੂੰ ਪਰਖ ਨਹੀਂ ਸਕਦੇ। ਅਸੀਂ ਕਿੱਥੇ ਗੜਬੜ ਕਰ ਰਹੇ ਹਾਂ? ਇੱਕ ਤਾਂ ਸਾਨੂੰ ਆਪਣਾ ਇਤਿਹਾਸ ਹੀ ਪਤਾ ਨਹੀਂ, ਦੂਜਾ ਅਸੀਂ ਆਪਣੇ ਆਪ ਨੂੰ ਤਾਰਕਿਕ ਦੱਸਣ ਦੇ ਚੱਕਰ ਦੇ ਵਿੱਚ ਕਿ ਅਸੀਂ ਤਾਂ ਬੜੇ ਤਰਕ ਦੇ ਉੱਤੇ ਕੰਮ ਕਰਦੇ ਹਾਂ, ਅਸੀਂ ਇੰਨੇ ਕੁ ਮੂਰਖਤਾ ਭਰਪੂਰ ਗੱਲਾਂ ਕਰਦੇ ਹਾਂ ਕਿ ਸਾਨੂੰ ਖੁਦ ਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਕਿੱਧਰ ਨੂੰ ਚਲੇ ਗਏ। ਉਹਦਾ ਕਾਰਨ ਇਹ ਹੈ ਕਿ ਇੱਕ ਪਾਸੇ ਇਲਾਹੀ ਜਿਹੜਾ ਇੱਕ ਦੈਵਿਕ ਸਿਧਾਂਤ ਹੈ, ਦੂਸਰੇ ਪਾਸੇ ਦੁਨਿਆਵੀ ਸਿਧਾਂਤ ਹੈ। ਤੁਸੀਂ ਦੋਨਾਂ ਨੂੰ ਕਿੱਦਾਂ ਤੁਲਨਾ ਕਰ ਲਓਗੇ? ਹਾਊ ਕੈਨ ਯੂ ਕੰਪੇਅਰ ਐਪਲਸ ਐਂਡ ਔਰੇਂਜਸ? ਇੱਕ ਕਹਾਵਤ ਵੀ ਹੈ ਨਾ ਕਿ ਸੇਬਾਂ ਨੂੰ ਔਰੇਂਜਸ, ਇਹ ਮੈਂ ਪੰਜਾਬੀ ਦੇ ਵਿੱਚ ਲਿਟਰਲੀ ਟਰਾਂਸਲੇਟ ਕਰਦੀ ਹਾਂ ਕਿ ਜੇ ਮੈਂ ਕਹਾਂ ਕਿ ਸੇਬ ਅਤੇ ਸੰਤਰੇ ਦੋਨੋਂ ਇੱਕੋ ਹੀ ਆ ਤਾਂ ਇਹ ਤਾਂ ਮੇਰੀ ਬੇਵਕੂਫੀ ਆ। ਸੋ ਸਾਡੀ ਪ੍ਰੋਬਲਮ ਕਿੱਥੇ ਆ ਕਿ ਅਸੀਂ ਇੱਕ ਦੈਵਿਕ ਸਿਧਾਂਤ ਨੂੰ ਇੱਕ ਦੁਨਿਆਵੀ ਸਿਧਾਂਤ ਦੇ ਨਾਲ ਅਸੀਂ ਉਸੇ ਤਰਕ ਨੂੰ ਉੱਧਰ ਲਾਉਣ ਦੀ ਕੋਸ਼ਿਸ਼ ਕਰਦੇ ਹਾਂ, ਔਰ ਇੱਥੇ ਆ ਕੇ ਸਾਡੀ ਜਿਹੜੀ ਬੁੱਧ ਹੈ ਉਹ ਫੇਲ ਹੋ ਜਾਂਦੀ ਆ, ਕਿਉਂਕਿ ਫਿਰ ਉਹ ਗੱਲ ਬਣਦੀ ਨਹੀਂ, ਫਿਰ ਸਾਨੂੰ ਸਮਝ ਨਹੀਂ ਆਉਂਦੀ। ਫਿਰ ਅਸੀਂ ਸਵਾਲ ਪੁੱਛਦੇ ਹਾਂ ਕਿ ਇਹ ਕਿੱਦਾਂ ਹੋ ਸਕਦਾ? ਇਹ ਕਿਵੇਂ ਹੋ ਸਕਦਾ ਹੈ ਕਿ ਇੱਕ ਬਾਬਾ ਜਿਹੜਾ ਹੈ ਉਹ ਬਿਨਾਂ ਸਿਰ ਦੇ ਲੜੀ ਗਿਆ? ਇਹ ਕਿੱਦਾਂ ਹੋ ਗਿਆ ਕਿ ਇੱਕ ਇਕੱਲਾ ਬੰਦਾ 5 ਤੀਰ ਲੈ ਕੇ ਆਉਂਦਾ ਔਰ ਉਹ ਸਰਹੱਦ ਫਤਿਹ ਕਰ ਜਾਂਦਾ? ਇਹ ਕਿੱਦਾਂ ਹੋ ਗਿਆ? ਸੋ ਆਪਾਂ ਫਿਰ ਉਸੇ ਗੱਲ 'ਤੇ ਆਈਏ, ਜਦੋਂ ਅਸੀਂ ਆਪਣੇ ਸਿਧਾਂਤ, ਜਦੋਂ ਅਸੀਂ ਆਪਣੇ ਗੁਰੂ ਨਾਨਕ ਦੇ ਮਿਸ਼ਨ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਔਰ ਉਸ ਮਿਸ਼ਨ ਨੂੰ ਪੂਰਾ ਕਰਨ ਦੇ ਲਈ ਜਦੋਂ ਗੁਰੂ ਨਾਨਕ ਪਾਤਸ਼ਾਹ ਬਾਬਰ ਨੂੰ ਜਾਬਰ ਕਹਿੰਦੇ ਨੇ, ਔਰ ਉਸ ਤੋਂ ਬਾਅਦ ਛੋਟੇ ਸਾਹਿਬਜ਼ਾਦਿਆਂ ਦੇ ਆਪਾਂ ਇਤਿਹਾਸ 'ਤੇ ਆਉਂਦੇ ਹਾਂ ਕਿ ਜਦੋਂ ਉਹ ਵੀ ਉਹੀ ਗੱਲ ਬੋਲਦੇ ਨੇ ਕਿ ਤੇਰੇ ਵੱਸ ਦੀ ਗੱਲ ਨਹੀਂ ਸਾਨੂੰ ਡਰਾ ਲੈਣਾ, ਕਿਉਂਕਿ ਅਸੀਂ ਤਾਂ ਉਸ ਇੱਕ ਸੱਚੇ ਨੂੰ ਸਲਾਮ ਕਰਦੇ ਹਾਂ, ਬੰਦੇ ਨੂੰ ਤਾਂ ਅਸੀਂ ਸਲਾਮ ਕੀਤਾ ਹੀ ਨਹੀਂ।
ਜਦੋਂ ਛੋਟੇ ਸਾਹਿਬਜ਼ਾਦੇ ਇਸ ਗੱਲ ਨੂੰ ਆ ਕੇ ਬੋਲਦੇ ਨੇ ਔਰ ਬਕਾਇਦਾ ਉਸ ਤੋਂ 5 ਸਾਲ ਲੱਗਦੇ ਨੇ ਔਰ ਬਕਾਇਦਾ ਬਾਬਾ ਬੰਦਾ ਬਹਾਦਰ ਆ ਕੇ ਸਰਹੰਦ ਨੂੰ ਵਿਜੇ ਕਰ ਲੈਂਦੇ ਨੇ, ਫਤਿਹ ਕਰ ਲੈਂਦੇ ਨੇ ਔਰ ਬਕਾਇਦਾ ਉਸ ਰਾਜ ਦੀ ਨੀਂਹ ਰੱਖੀ ਜਾਂਦੀ ਆ। ਸੋ ਇਹ ਜਿਹੜੀਆਂ ਗੱਲਾਂ ਨੇ ਆਪਾਂ ਇਸ ਨੂੰ ਜਦੋਂ ਆਪਾਂ ਸਮ ਅਪ ਕਰਾਂਗੇ ਅਤੇ ਇਸ ਨੂੰ ਅਸੀਂ ਆਪਣੇ ਨਾਲ ਢੁਕਾ ਕੇ ਦੇਖਾਂਗੇ ਕਿ ਅਸੀਂ ਕੀ ਸਿੱਖਣਾ ਹੈ। ਤਾਂ ਪਹਿਲਾਂ ਤਾਂ ਅਸੀਂ ਆਪਣੇ ਸਿਧਾਂਤਾਂ ਤੋਂ ਜਾਣੂ ਹੋਈਏ, ਆਪਣੇ ਇਤਿਹਾਸ ਤੋਂ ਜਾਣੂ ਹੋਈਏ, ਕਿਉਂਕਿ ਬਿਨਾਂ ਆਪਣੇ ਇਤਿਹਾਸ ਤੋਂ ਜਾਣੂ ਹੋਏ, ਬਿਨਾਂ ਆਪਣੇ ਸਿਧਾਂਤਾਂ ਤੋਂ ਜਾਣੂ ਹੋਏ ਸਾਨੂੰ ਸਮਝ ਹੀ ਨਹੀਂ ਆਉਣੀ ਕਿ ਸਾਡਾ ਜਿਹੜਾ ਸਿਧਾਂਤ ਆ ਉਹ ਦੈਵਿਕ ਹੈ। ਸਾਨੂੰ ਇਹ ਸਮਝ ਹੀ ਨਹੀਂ ਆਉਣੀ ਕਿ ਅਸੀਂ ਇੱਕ ਇਲਾਹੀ ਸਿਧਾਂਤ ਦੀ ਗੱਲ ਕਰ ਰਹੇ ਹਾਂ। ਅਸੀਂ ਸਾਡੇ ਗੁਰੂ ਪਾਤਸ਼ਾਹ ਨੇ ਜਿਹੜੇ ਹਲੀਮੀ ਰਾਜ ਦੀ ਗੱਲ ਕੀਤੀ ਸੀ ਔਰ ਉਹ ਇਕੱਲੇ ਇੱਕ ਪੰਜਾਬ ਦੇ ਵਿੱਚ ਨਹੀਂ, ਉਹਨਾਂ ਨੇ ਵਿਸ਼ਵ ਦੇ ਵਿੱਚ ਗੱਲ ਕੀਤੀ ਹੈ ਕਿ ਵਿਸ਼ਵ ਦੇ ਵਿੱਚ ਹਲੀਮੀ ਰਾਜ ਹੋਣਾ ਚਾਹੀਦਾ, ਕਿਰਤੀਆਂ ਦਾ ਰਾਜ ਹੋਣਾ ਚਾਹੀਦਾ। ਉਹ ਹੋਊਗਾ ਕਦੋਂ? ਜਦੋਂ ਗੁਰੂ ਨਾਨਕ ਦਾ ਮਿਸ਼ਨ ਅਸੀਂ ਪੂਰਾ ਕਰਨ ਵੱਲ ਜਾਵਾਂਗੇ। ਔਰ ਗੁਰੂ ਨਾਨਕ ਦਾ ਮਿਸ਼ਨ ਗੁਰੂ ਇਤਿਹਾਸ ਨੇ ਪੂਰਾ ਕੀਤਾ, ਅੱਜ ਵੀ ਕਰ ਰਿਹਾ, ਖਾਲਸਾ ਅੱਜ ਵੀ ਹੈ। ਅਖੀਰਲੀਆਂ ਕੁਛ ਕੁ ਗੱਲਾਂ ਕਰਦੇ ਹੋਏ ਮੈਂ ਫਤਿਹ ਦੀ ਸਾਂਝ ਪਾਊਂਗੀ। ਜਿਹੜਾ ਇਤਿਹਾਸ ਹੁੰਦਾ ਨਾ, ਕਿਤੇ ਪੜ੍ਹਿਆ ਸੀ ਮੈਂ ਕਿ ਇਤਿਹਾਸ ਜੋ ਖਤਮ ਹੋ ਜਾਣ, ਜੋ ਪਿੱਛੇ ਰਹਿ ਜਾਣ, ਉਹ ਮਿਥਿਹਾਸ ਹੋ ਜਾਇਆ ਕਰਦੇ ਨੇ। ਸਿੱਖਾਂ ਦੀ ਖੁਸ਼ਕਿਸਮਤੀ ਹੈ ਕਿ ਸਾਡਾ ਇਤਿਹਾਸ ਕਦੀ ਮਿਥਿਹਾਸ ਨਹੀਂ ਹੋ ਸਕਦਾ, ਕਿਉਂਕਿ ਹਰ ਸਦੀ, ਹਰ ਦਹਾਕੇ ਦੇ ਵਿੱਚ ਉਹ ਰਿਪੀਟ ਹੁੰਦਾ। ਧਿਆਨ ਨਾਲ ਵੇਖਿਆ ਜੇ, ਅੱਜ ਵੀ ਗੰਗੂ ਅੱਜ ਵੀ ਕਿਤੇ ਨਾ ਕਿਤੇ ਬੈਠਾ ਹੈ। ਗੰਗੂ ਅੱਜ ਵੀ ਹੈ ਜੋ ਗੁਰੂ ਦੇ ਲਾਲਾ ਨੂੰ ਅੱਜ ਵੀ ਹਕੂਮਤ ਨੂੰ ਸੌਂਪਣ ਲਈ ਤਤਪਰ ਬੈਠਾ ਹੈ ਔਰ ਸੌਂਪ ਵੀ ਰਹੇ ਨੇ। ਜਿਹੜਾ ਅਸੀਂ 1984 ਦੇ ਵਿੱਚ, ਉਸ ਤੋਂ ਬਾਅਦ 90 ਤੱਕ ਵੀ ਜਿਹੜਾ ਇੱਕ ਘਾਣ ਵੇਖਿਆ ਔਰ ਜਿਨ੍ਹਾਂ ਨੂੰ ਅਸੀਂ ਕਹਿੰਦੇ ਕਿ ਪੁਲਿਸ ਦੇ ਆਪਣੇ ਕੈਟ ਹੁੰਦੇ ਸੀ, ਉਹ ਕੀ ਸੀ? ਉਹ ਗੰਗੂ ਹੀ ਤਾਂ ਸੀ ਨਾ। ਔਰ ਜਿਹੜੇ ਉਹ ਗੁਰੂ ਦੇ ਲਾਲਾ ਨੂੰ ਫੜ ਕੇ ਉਹਨਾਂ ਨੂੰ ਫੜਾਇਆ, ਬੇਕਸੂਰਿਆਂ ਨੂੰ ਵੀ, ਛੋਟੇ ਬੱਚਿਆਂ ਨੂੰ ਵੀ, ਜਿਹੜੇ ਬੇਕਸੂਰੇ ਵੀ ਸੀ ਉਹਨਾਂ ਨੂੰ ਵੀ ਫੜਾਇਆ, ਤਾਂ ਉਹ ਕੀ ਕੀਤਾ? ਉਹ ਗੰਗੂ ਦਾ ਹੀ ਰੋਲ ਨਿਭਾਇਆ ਨਾ ਉਹਨਾਂ ਨੇ। ਔਰ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਅੱਜ ਵੀ ਸੂਬੇ ਦੀ ਜਿਹੜੀ ਕਚਹਿਰੀ ਆ ਉਹ ਲੱਗ ਰਹੀ ਹੈ। ਗੰਗੂ ਅੱਜ ਵੀ ਹੈ। ਗੰਗੂ ਅੱਜ ਵੀ ਛੋਟੇ ਸਾਹਿਬਜ਼ਾਦਿਆਂ ਨੂੰ ਜਿਹੜਾ ਹੈ ਉਹ ਉਹਨਾਂ ਦੇ ਨਾਲ ਧੋਖਾ, ਉਹਨਾਂ ਨਾਲ ਦਗਾ ਕਮਾਉਂਦਾ ਔਰ ਉਹਨਾਂ ਨੂੰ ਦਿੱਲੀ ਦੇ ਦਰਬਾਰ ਦੇ ਹਵਾਲੇ ਕਰਦਾ। ਅੱਜ ਵੀ ਸੂਬੇ ਦੀ ਕਚਹਿਰੀ ਵੀ ਲੱਗਦੀ ਹੈ ਔਰ ਜਦੋਂ ਸੂਬੇ ਦੀ ਕਚਹਿਰੀ ਲੱਗਦੀ ਹੈ ਤਾਂ ਅੱਜ ਵੀ ਜਿਹੜੇ ਗੁਰੂ ਮਹਾਰਾਜ ਦੇ ਲਾਲ ਨੇ, ਜਿਨ੍ਹਾਂ ਵੱਲ ਹੱਥ ਕਰਕੇ ਉਹਨਾਂ ਨੇ ਕਿਹਾ ਸੀ ਕਿ ਜੀਵਤ ਕਈ ਹਜ਼ਾਰ, ਅੱਜ ਵੀ ਉਹ ਸੂਬੇ ਨੂੰ ਅੱਖਾਂ ਕੱਢਦੇ ਨੇ। ਉਹ ਅੱਜ ਵੀ ਇਹੀ ਕਹਿੰਦੇ ਨੇ ਕਿ ਅਸੀਂ ਕਿਸੇ ਨੂੰ ਸਲਾਮ ਨਹੀਂ ਕਰਦੇ। ਹਮਨੇ ਸੱਚੇ ਸਾਹਿਬ ਕੋ ਸਲਾਮ ਕੀਆ ਹੈ, ਕਿਸੇ ਔਰ ਕੋ ਸਲਾਮ ਹਮ ਨਹੀਂ ਕਰਤੇ। ਉਹ ਅੱਜ ਵੀ ਇਹ ਗੱਲ ਕਹਿੰਦੇ ਨੇ। ਆਪਾਂ ਇਸ ਸਾਰੇ ਸਿਧਾਂਤ ਦੇ ਉੱਤੇ ਪਹਿਰਾ ਦਈਏ, ਸਾਰੇ ਇਕੱਠੇ ਹੋਈਏ, ਕਿਉਂਕਿ ਇਕੱਠੇ ਹੋਵਾਂਗੇ ਤਾਂ ਫਿਰ ਹੀ ਅਸੀਂ ਅੱਗੇ ਆਪਣੇ ਗੁਰੂ ਮਹਾਰਾਜ ਦੇ ਚਰਨਾਂ ਦੇ ਨਾਲ ਲੱਗ ਕੇ ਇਸ ਮਿਸ਼ਨ ਨੂੰ ਅੱਗੇ ਤੋਰ ਪਾਵਾਂਗੇ। ਔਰ ਗੁਰੂ ਪਾਤਸ਼ਾਹ ਨੂੰ ਜੇ ਇਹਨਾਂ ਦਿਨਾਂ ਦੇ ਵਿੱਚ ਆਪਾਂ ਸ਼ਰਧਾਂਜਲੀ ਦੇਣੀ ਹੈ ਨਾ, ਤਾਂ ਕੋਸ਼ਿਸ਼ ਕਰੀਏ ਕਿ ਆਪਣੇ ਸਾਰੇ ਵੱਖਰੇਵੇਂ ਖ਼ਤਮ ਕਰਕੇ ਇਕੱਠੇ ਸਿਰ ਜੋੜ ਕੇ ਬਈਏ, ਦੇਖੀਏ ਕਿ ਕਿੱਥੇ ਕੀ ਗਲਤ ਹੋ ਰਿਹਾ, ਅਸੀਂ ਕਿੱਥੇ ਚੂਕ ਗਏ, ਅਸੀਂ ਆਪਣੇ ਸਿਧਾਂਤ ਤੋਂ ਜਾਣੂ ਹੋਈਏ। ਇੰਨੀਆਂ ਕੁ ਮੇਰੀਆਂ ਅੱਜ ਬੇਨਤੀਆਂ ਸਵੀਕਾਰ ਕਰਨਾ। ਮੇਰੇ ਕੋਲ ਕੋਈ ਗਲਤੀ ਹੋ ਗਈ ਹੋਵੇ, ਇਤਿਹਾਸ ਦੇ ਵਿੱਚ ਮੇਰੇ ਕੋਲ ਕੋਈ ਤਰੁੱਟੀ ਹੋ ਗਈ ਹੋਵੇ, ਤਾਂ ਦੋਵੇਂ ਹੱਥ ਜੋੜ ਕੇ ਮੈਂ ਮਾफ़ੀ ਮੰਗਦੀ ਹਾਂ, ਕਿਉਂਕਿ ਮੈਂ ਕੋਈ ਬਹੁਤ ਗਿਆਨੀ ਜਾਂ ਬਹੁਤ ਵੱਡੀ ਕੋਈ ਇਤਿਹਾਸਕਾਰ ਨਹੀਂ। ਆਪ ਸਭ ਦੇ ਚਰਨਾਂ ਦੀ ਧੂੜ ਬਰਾਬਰ ਹਾਂ। ਸੋ ਮੇਰੀਆਂ ਇੰਨੀਆਂ ਕੁ ਬੇਨਤੀਆਂ ਅੱਜ ਸਵੀਕਾਰ ਕਰਨਾ। ਅਗਲੇ ਐਪੀਸੋਡ ਦੇ ਵਿੱਚ ਆਪਾਂ ਫਿਰ ਮਿਲਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।